ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕਉ, ਤੂੰ ਠਾਕੁਰ ਊਚ ਭਗਵਾਨਾ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਖੋਜਤ ਖੋਜਤ ਖੋਜ ਵਿਚਾਰੇ, ਰਾਮ ਨਾਮ ਤਤ ਸਾਰਾ। ਕਿਲ ਬਿਖ ਕਾਟੇ ਨਿਮਖ ਆਰਾਧਿਆ, ਗੁਰਮੁਖ ਪਾਰ ਉਤਾਰਾ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਕਿਲ ਬਿਖ ਕਾਟੇ ਨਿਮਖ ਆਰਾਧਿਆ, ਗੁਰਮੁਖ ਪਾਰ ਉਤਾਰਾ। ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ। ਸਾਧੂ ਅੰਮ੍ਰਿਤ ਬਾਣੀ, ਰਹਾਉ ਮੁਕਤ ਭੁਗਤ ਜੁਗਤ ਸਚ ਪਾਈਐ। ਸਰਬ ਸੁਖਾਂ ਕਾ ਦਾਤਾ, ਆਪਣੇ ਦਾਸ ਕਉ ਭਗਤ ਦਾਨ ਦੇਵੈ। ਪੂਰਨ ਪੁਰਖ ਵਿਦਾਤਾ, ਸ਼੍ਰਵਣੀ ਸੁਣੀਐ ਰਸ ਨਾ ਗਾਈਐ। ਹਿਰਦੈ ਧਿਆਈਐ ਸੋਈ, ਕਾਰਣ ਕਾਰਣ ਸਮਰੱਥ ਸੁਆਮੀ। ਜਾਤੇ ਬ੍ਰਿਥਾ ਨਾ ਕੋਈ, ਵੱਡੇ ਭਾਗ ਰਤਨ ਜਨਮ ਪਾਇਆ। ਕਰਹੁ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੈ।
ਸਿਮਰੈ ਸਦਾ ਗੋਪਾਲਾ ਵੱਡੈ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ चबर शतर तख्त के मालक निमानियों के मान गुरु नितानियों के तान गुरु गुरु गरीब निवाज साहिब सतगुरु श्री गुरु ग्रंथ साहिब जी दे पावन और पवित्र चरना कमलों दे विच ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਨਗਰੀ ਦੇ ਵਿੱਚ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਨ ਹਾਲ ਮੰਜੀ ਸਾਹਿਬ ਦੇ ਵਿੱਚ ਸਜੇ ਹੋਏ ਦੀਵਾਨਾਂ ਦੀਆਂ ਹਾਜ਼ਰੀਆਂ ਭਰਨਾ ਕਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਭਾਗਾਂ ਵਾਲਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਔਰ ਰਹਿਮਤ ਦੇ ਸਦਕਾ ਆਪਾਂ ਸਾਰਿਆਂ ਨੂੰ ਗੁਰੂ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਾਲਕ ਜੀ ਤਖਤ ਤੇ ਬਿਰਾਜੇ ਤੇ ਉਸ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ, ਉਸ ਉਪਦੇਸ਼ ਦੀ ਉਸ ਗੁਰੂ ਦੇ ਸ਼ਬਦ ਦੀ ਆਪਾਂ ਸਾਰਿਆਂ ਨੇ ਗੁਰੂ ਚਰਨਾਂ ਦੇ ਵਿੱਚ ਬੈਠ ਕਰਕੇ ਵਿਚਾਰ ਹੈ ਜਿਹੜੀ ਉਹ ਸਾਂਝੀ ਕਰਨੀ ਹੈ। ਆਓ ਸਤਿਗੁਰੂ ਜੀ ਦੇ ਪਵਿੱਤਰ ਬਚਨਾਂ ਦੇ ਨਾਲ, ਸਤਿਗੁਰੂ ਜੀ ਦੇ ਪਵਿੱਤਰ ਸ਼ਬਦ ਦੇ ਨਾਲ ਸਾਂਝ ਪਾਈਏ। ਗੁਰਮਤ ਗੁਰ ਸ਼ਬਦ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਾਰੀ ਹੀ ਸੰਗਤ ਸੁਰਤੀਆਂ ਔਰ ਬਿਰਤੀਆਂ ਨੂੰ ਇਕਾਗਰ ਕਰੋ। ਕਲਗੀਆਂ ਵਾਲੀ ਸਰਕਾਰ ਅੰਮ੍ਰਿਤ ਕੇ ਦਾਤੇ ਸਰਬੰਸਦਾਨੀ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਗੱਜ ਵੱਜ ਕੇ ਪ੍ਰਵਾਨ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਾਰੇ ਲਵਾਓ ਹਾਜ਼ਰੀ ਤੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦੁਆਰਾ ਰਾਗ ਸੋਰਠ ਦੇ ਵਿੱਚ ਇਹ ਪਾਵਨ ਪਵਿੱਤਰ ਬਚਨ, ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜਾ ਪਿਆਰਾ ਉਪਦੇਸ਼ ਦਿੰਦਿਆਂ ਹੋਇਆਂ ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਨੇ ਇਹ ਸਮਝਾਇਆ। ਮਾਲਕ ਜੀ ਕਹਿਣ ਲੱਗੇ ਅਸੀਂ ਖੋਜ ਖੋਜ ਕੇ ਇਸ ਤੱਤ ਤੇ ਪਹੁੰਚੇ ਹਾਂ। ਸਾਡੇ ਸਾਹਮਣੇ ਇਹ ਵਿਚਾਰ ਆਈ ਹੈ ਜਾਂ ਅਸੀਂ ਆਪਣੀ ਖੋਜ ਦੇ ਵਿੱਚੋਂ ਇਹ ਫੈਸਲਾ ਲਿਆ ਹੈ
ਕਿ ਜੇਕਰ ਇਸ ਸੰਸਾਰ ਦੇ ਵਿੱਚ ਆ ਕਰਕੇ ਸਾਡਾ ਉਧਾਰ ਹੋ ਸਕਦਾ, ਜੇਕਰ ਕਿਸੇ ਤਰੀਕੇ ਦੇ ਨਾਲ ਸਾਡਾ ਜੀਵਨ ਸਫਲਾ ਹੋ ਸਕਦਾ ਹੈ, ਤੇ ਉਹ ਕੇਵਲ ਤੇ ਕੇਵਲ ਪ੍ਰਮਾਤਮਾ ਅਕਾਲ ਪੁਰਖ ਦੇ ਨਾਮ ਨੂੰ ਜਪ ਕੇ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਬੇਅੰਤ ਵਾਰ ਗੁਰੂ ਸਾਹਿਬਾਨਾਂ ਨੇ ਪ੍ਰਮਾਤਮਾ ਅਕਾਲ ਪੁਰਖ ਦੇ ਨਾਮ ਦੀ ਅਕੀਦਤ ਕੀਤੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੇ ਇੱਥੋਂ ਤੱਕ ਬਚਨ ਕਹੇ। ਮਾਲਕ ਜੀ ਕਹਿੰਦੇ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਆ ਕਰਕੇ ਪ੍ਰਮਾਤਮਾ ਦਾ ਨਾਮ ਜਪਿਆ ਹੈ, ਜਿਨ੍ਹਾਂ ਨੇ ਪ੍ਰਮਾਤਮਾ ਅਕਾਲ ਪੁਰਖ ਦੀ ਬੰਦਗੀ ਕੀਤੀ ਹੈ, ਸਤਿਗੁਰੂ ਜੀ ਕਹਿਣ ਲੱਗੇ ਅਸਲੀ ਮਿਹਨਤ ਕਰਕੇ ਹੀ ਉਹ ਗਏ ਨੇ। ਆਪਾਂ ਰੋਜ਼ ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਾਂ। ਮਾਲਕ ਜੀ ਕਹਿੰਦੇ ਜਿਨ੍ਹਾਂ ਨਾਮ ਧਿਆਇਆ, ਜਿਨ੍ਹਾਂ ਨੇ ਪ੍ਰਮਾਤਮਾ ਅਕਾਲ ਪੁਰਖ ਦਾ ਨਾਮ ਜਪਿਆ, ਜਿਨ੍ਹਾਂ ਨੇ ਪ੍ਰਮਾਤਮਾ ਅਕਾਲ ਪੁਰਖ ਦੇ ਨਾਮ ਨੂੰ ਧਿਆਉਣਾ ਕੀਤਾ, ਮਾਲਕ ਜੀ ਕਹਿੰਦੇ ਗਏ ਮੁਸ਼ੱਕਤ ਕਾਲ, ਉਹ ਅਸਲੀ ਮਿਹਨਤ ਕਰਕੇ ਗਏ ਨੇ। ਤੇ ਜਿਹੜੇ ਨਾਮ ਜਪ ਕੇ ਇਸ ਦੁਨੀਆ ਦੇ ਵਿੱਚੋਂ ਜਾਂਦੇ ਆ, ਸਤਿਗੁਰੂ ਨੇ ਬਚਨ ਕਹੇ, ਮਾਲਕ ਜੀ ਕਹਿੰਦੇ ਨਾਨਕ ਤੇ ਮੁਖ ਉਜਲੇ, ਉਹ ਮੁਖ ਨੇ ਜਿਹੜੇ, ਉਹ ਮੁਖ ਸੁਰਖਰੂ ਨੇ। ਉਹਨਾਂ ਨੇ ਆਪਣਾ ਹਲਤ ਵੀ ਸਵਾਰ ਲਿਆ, ਉਹਨਾਂ ਨੇ ਆਪਣਾ ਪਲਤ ਵੀ ਸਵਾਰ ਲਿਆ। ਸਤਿਗੁਰੂ ਨੇ ਬਚਨ ਕਹੇ ਇਕੱਲੇ ਆਪ ਨਹੀਂ ਛੁੱਟਦੇ, ਇਕੱਲੇ ਆਪ ਨਹੀਂ ਤਰਦੇ। ਮਾਲਕ ਜੀ ਕਹਿਣ ਲੱਗੇ ਜਿਹੜੀ ਉਹਨਾਂ ਦੀ ਸੰਗਤ ਦੇ ਵਿੱਚ ਵੀ ਆ ਜਾਂਦੇ ਆ ਨਾ, ਜਿਹੜੇ ਉਹਨਾਂ ਦਾ ਸੰਗ ਵੀ ਕਰ ਲੈਂਦੇ ਆ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਕੀਤੀ ਛੁੱਟੀ ਨਾਲ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਚਰਨਾਂ ਦੇ ਵਿੱਚ ਸੰਗਤਾਂ ਜੁੜੀਆਂ, ਤੇ ਸਿੱਖ ਸੰਗਤਾਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇੱਕ ਸਵਾਲ ਕੀਤਾ, ਸਤਿਗੁਰੂ ਜੀ ਤੁਸੀਂ ਵਾਰ-ਵਾਰ ਇਹ ਅਕੀਦਤ ਕਰਦੇ ਹੋ, ਤੁਸੀਂ ਵਾਰ-ਵਾਰ ਇਹ ਸਾਨੂੰ ਉਪਦੇਸ਼ ਦਿੰਦੇ ਹੋ ਕਿ ਸਾਨੂੰ ਇਸ ਸੰਸਾਰ ਦੇ ਵਿੱਚ ਆ ਕਰਕੇ ਨਾਮ ਜਪਣਾ ਚਾਹੀਦਾ, ਸਾਨੂੰ ਇਸ ਸੰਸਾਰ ਦੇ ਵਿੱਚ ਆ ਕਰਕੇ ਬੰਦਗੀ ਕਰਨੀ ਚਾਹੀਦੀ ਹੈ। ਤੇ ਸਤਿਗੁਰੂ ਸਾਨੂੰ ਵੀ ਤੇ ਦੱਸੋ ਬੰਦਗੀ ਕਰਾਂਗੇ, ਨਾਮ ਜਪਾਂਗੇ, ਸਾਨੂੰ ਕੀ ਮਿਲੇਗਾ? ਵੇਖੋ ਇਹ ਬੰਦੇ ਦਾ ਨਾ ਸੁਭਾਅ ਆ। ਇਨਸਾਨ ਜਦੋਂ ਵੀ ਕੋਈ ਕੰਮ ਕਰਦਾ ਹੈ, ਬੰਦਾ ਇਹ ਸੋਚਦਾ ਹੈ ਵੀ ਮੈਂ ਇਹ ਕੰਮ ਤਾਂ ਕਰਾਂਗਾ ਜੇ ਇਹਦੇ ਵਿੱਚ ਮੇਰਾ ਫਾਇਦਾ ਹੋਏ। ਹਰ ਬੰਦਾ ਆਪਣੇ ਨਫੇ ਵਾਸਤੇ, ਹਰ ਬੰਦਾ ਜਿਹੜਾ ਆ ਉਹ ਜਦੋਂ ਵੀ ਕੰਮ ਕਰਦਾ ਹੈ ਉਹ ਚਾਹੁੰਦਾ ਆ, ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਇਹਦੇ ਚੋਂ ਮੈਨੂੰ ਨਫਾ ਮਿਲੇ, ਇਹਦੇ ਚ ਮੈਨੂੰ ਵਾਧਾ ਹੋਵੇ ਨਾ ਕਿ ਘਾਟਾ ਹੋਵੇ। ਹੁਣ ਜਦੋਂ ਵੇਖੋ ਆਪਾਂ ਗੁਰਦੁਆਰੇ ਵੀ ਆਉਣੇ ਆ, ਸਾਡੇ ਮਨ ਦੇ ਵਿੱਚ ਪਹਿਲਾਂ ਇਹ ਗੱਲ ਆਉਂਦੀ ਹੈ ਵੀ ਮਿਲੇਗਾ ਕੀ। ਅਸੀਂ ਬਾਣੀ ਪੜ੍ਹਦੇ ਆ, ਸਾਡੇ ਮਨ ਦੇ ਵਿੱਚ ਆ ਵੀ ਅਸੀਂ ਘੰਟਾ ਹਾਜ਼ਰੀ ਭਰੀ ਹੈ, ਅਸੀਂ ਘੰਟਾ ਇੱਕ ਸੁਖਮਣੀ ਸਾਹਿਬ ਦਾ ਪਾਠ ਕੀਤਾ ਹੈ, ਅਸੀਂ ਸਹਿਜ ਪਾਠ ਕੀਤਾ, ਇਹਦੇ ਬਦਲੇ ਸਾਨੂੰ ਕੀ ਮਿਲੇਗਾ? ਸਾਡਾ ਸਾਰਿਆਂ ਦਾ ਇੱਕ ਸਵਾਲ ਹੈ। ਇਹ ਮਨੁੱਖੀ ਸੁਭਾਅ ਹੈ, ਫਿਤਰਤ ਆ। ਹਰ ਬੰਦਾ ਆਪਣਾ ਭਲਾ ਚਾਹੁੰਦਾ ਹੈ, ਹਰ ਬੰਦਾ ਆਪਣਾ ਫਾਇਦਾ ਸੋਚਦਾ ਹੈ। ਇਉਂ ਕਹਿ ਲਓ ਵੀ ਨੁਕਸਾਨ ਜਿੱਥੇ ਹੁੰਦਾ ਹੈ ਬੰਦੇ ਦਾ, ਬੰਦਾ ਤੇ ਉਹ ਕੰਮ ਕਰਨਾ ਹੀ ਨਹੀਂ ਚਾਹੁੰਦਾ। ਜਦੋਂ ਸੰਗਤਾਂ ਨੇ, ਸਿੱਖਾਂ ਨੇ ਪੁੱਛਿਆ ਸਤਿਗੁਰੂ ਜੀ ਨਾਮ ਜਪਾਂਗੇ ਸਾਡਾ ਕੀ ਫਾਇਦਾ, ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਵਾਬ ਬੜਾ ਪਿਆਰਾ ਦਿੱਤਾ। ਮਾਲਕ ਜੀ ਕਹਿਣ ਲੱਗੇ ਵੀ ਤੁਸੀਂ ਇਹ ਦੱਸੋ ਕਿ ਜਦੋਂ ਇਸ ਸੰਸਾਰ ਦੇ ਵਿੱਚ, ਇਸ ਜਗਤ ਦੇ ਵਿੱਚ ਭਗਤ ਕਬੀਰ ਸਾਹਿਬ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ ਵਰਗੀਆਂ ਰੂਹਾਂ ਵਿਚਰ ਰਹੀਆਂ ਸਨ, ਉਹਨਾਂ ਸਮਿਆਂ ਤੇ ਕਿਹੜੇ ਕਿਹੜੇ ਸ਼ਾਸਕ ਸਨ, ਕਿਹੜੇ ਕਿਹੜੇ ਰਾਜੇ ਸਨ, ਕਿਹਨਾਂ ਦਾ ਸਿੱਕਾ ਚੱਲਦਾ ਸੀ, ਕਿਹਨਾਂ ਦਾ ਹੁਕਮ ਚੱਲਦਾ ਸੀ, ਕਿਹਨਾਂ ਦੇ ਅੱਗੇ ਢੋਲ ਤੇ ਨਗਾਰੇ ਜਿਹੜੇ ਉਹ ਵੱਜਦੇ ਹੁੰਦੇ ਸਨ, ਲੋਕ ਨਮਸਕਾਰਾਂ ਕਰਦੇ ਹੁੰਦੇ ਸਨ। ਤੇ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਗੱਲ ਪੁੱਛੀ ਨਾ, ਤੇ ਕੋਈ ਵੀ ਖੜਾ ਨਾ ਹੋਇਆ ਜਿਹੜਾ ਇਹ ਕਹਿ ਸਕੇ ਵੀ ਫਲਾਨਾ ਰਾਜਾ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਦੇਖੋ ਭਗਤ ਕਬੀਰ ਸਾਹਿਬ ਨੂੰ, ਭਗਤ ਰਵਿਦਾਸ ਜੀ ਨੂੰ, ਭਗਤ ਨਾਮਦੇਵ ਜੀ ਨੂੰ ਅੱਜ ਸਾਰਾ ਸੰਸਾਰ ਜਾਣਦਾ ਹੈ। ਕੱਲਾ ਜਾਣਦਾ ਹੀ ਨਹੀਂ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਕਬੀਰ ਸਾਹਿਬ ਜੀ ਦਾ ਉਪਦੇਸ਼ ਪੜ੍ਹ ਕੇ, ਉਹਨਾਂ ਦੀ ਬਾਣੀ ਨੂੰ ਪੜ੍ਹ ਕੇ ਲੋਕ ਆਪਣੇ ਜੀਵਨ ਦੇ ਵਿੱਚ ਰੂਹਾਨੀਅਤ ਪ੍ਰਾਪਤ ਕਰਦੇ ਆ, ਗਿਆਨ ਪ੍ਰਾਪਤ ਕਰਦੇ ਆ, ਆਪਣੇ ਜੀਵਨ ਨੂੰ ਸਫਲਾ ਕਰਦੇ ਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹ ਭਗਤ ਕਬੀਰ ਸਾਹਿਬ, ਭਗਤ ਨਾਮਦੇਵ ਜੀ ਵਾਂਗੂ, ਭਗਤ ਰਵਿਦਾਸ ਜੀ ਵਾਂਗੂ ਅਮਰ ਹੋ ਜਾਂਦਾ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਬਾਣੀ ਦੇ ਵਿੱਚ ਬੜਾ ਪਿਆਰਾ ਬਚਨ ਕਿਹਾ। ਮਾਲਕ ਜੀ ਕਹਿੰਦੇ ਵੇਖੋ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਕਿਉਂਕਿ ਗੱਲ ਚੱਲੀ ਹੈ ਨਾ, ਖੋਜਤ ਖੋਜਤ ਖੋਜ ਵਿਚਾਰਿਓ RAM ਨਾਮ ਤਤ ਸਾਰਾ, ਪਰਮਾਤਮਾ ਦਾ ਨਾਮ ਤਤ ਹੈ।
ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਬਚਨ ਕਹੇ। ਮਲਕ ਜੀ ਕਹਿਣ ਲੱਗੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਕਹਿੰਦੇ ਆੜ ਦਾਮ ਕੋ ਛੀਪਰੋ ਹੋਇਓ ਲਖੀਣਾ। ਲੋਕ ਕਹਿੰਦੇ ਸਨ ਇਹ ਅੱਧੀ ਕੌੜੀ ਦਾ ਜਦੋਂ ਭਗਤ ਨਾਮਦੇਵ ਜੀ ਨੇ ਆਪਣਾ ਜ਼ਿਕਰ ਕੀਤਾ ਨਾ, ਤੇ ਭਗਤ ਨਾਮਦੇਵ ਜੀ ਨੇ ਪਤਾ ਕੀ ਕਿਹਾ? ਕਹਿੰਦੇ ਇੱਕ ਦਿਨ ਮਨ ਦੇ ਵਿੱਚ ਨਾ ਚਾਹ ਪੈਦਾ ਹੋਇਆ, ਜੀ ਕੀਤਾ ਕਿ ਚੱਲ ਕੇ ਪ੍ਰਮਾਤਮਾ ਦੀ ਭਗਤੀ ਕਰੀਏ। ਕਹਿੰਦੇ ਪੰਡਤ ਜੀ ਜਾਂਦੇ ਹੁੰਦੇ ਸਨ, ਲੋਕ ਮੰਦਰਾਂ ਦੇ ਵਿੱਚ ਜਾਂਦੇ ਸਨ, ਤੇ ਭਗਤ ਜੀ ਕਹਿੰਦੇ ਮੈਂ ਵੀ ਚੱਲ ਪਿਆ। ਕਹਿੰਦੇ ਜਦੋਂ ਮੰਦਰ ਦੇ ਵਿੱਚ ਗਏ ਨਾ ਤੇ ਜਾ ਕੇ ਮੂਰਤੀ ਦੇ ਅੱਗੇ ਬੈਠੇ, ਤੇ ਭਗਤ ਨਾਮਦੇਵ ਜੀ ਨੇ ਇਹ ਵਚਨ ਆਪ ਲਿਖਿਆ। ਕਹਿੰਦੇ ਜਦੋਂ ਪੰਡਤ ਜੀ ਨੂੰ ਪਤਾ ਲੱਗਿਆ ਨਾ, ਤੇ ਕਹਿੰਦੇ ਮੰਦਰ ਦੇ ਵਿੱਚੋਂ ਉਹਨੇ ਮੇਰੀ ਬਾਹ ਫੜ ਕੇ ਮੈਨੂੰ ਬਿਠਾਇਆ ਹੀ ਨਹੀਂ, ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਬਚਨ ਹੈ, ਕਹਿੰਦੇ ਹਸਤ ਖੇਲਤ ਤੇਰੇ ਦੇਹੁਰੇ ਆਇਆ। ਕੀ ਕੀਤਾ? ਭਗਤ ਕਰਤ ਨਾਮਾ ਪਕੜ ਉਠਾਇਆ। ਇਹ ਪ੍ਰਮਾਤਮਾ ਜੀ ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਮਲਕ ਜੀ ਕਿਉਂ ਇਸ ਜਨਮ ਦੇ ਵਿੱਚ, ਇਸ ਜਾਤ ਦੇ ਵਿੱਚ ਮੈਨੂੰ ਭੇਜਿਆ ਜੇ ਮੈਂ ਪ੍ਰਮਾਤਮਾ ਦੀ ਬੰਦਗੀ ਹੋਈ ਨਹੀਂ ਕਰ ਸਕਦਾ। ਭਗਤ ਨਾਮਦੇਵ ਜੀ ਵਰਗਿਆਂ ਨੂੰ, ਜਿਨ੍ਹਾਂ ਨੂੰ ਅੱਧੀ ਕੌਡੀ ਦਾ ਸਮਝਿਆ ਜਾਂਦਾ ਸੀ, ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਬਚਨ ਕਹੇ। ਮਲਕ ਜੀ ਕਹਿਣ ਲੱਗੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਆੜ ਦਾਮ ਕੋ ਛੀਪਰੋ ਹੋਇਓ ਲਖੀਣਾ। ਕਹਿੰਦੇ ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਨੀਚ ਕੁਲਾਂ ਜੁਲਾਹਰਾ ਭਇਓ ਗੁਣੀ ਗਹੀਰਾ। ਅੱਗੇ ਬਚਨ ਕਹੇ ਰਵਿਦਾਸ ਤਵੰਤਾ ਢੋਰ ਨੀਤ ਰਾਮ ਨਾਮ ਤਤ ਸਾਰਾ। ਤਿਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬਤਕਾਰੀਆ ਉਹ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਨਿਆ। ਫਿਰ ਵਚਨ ਕਹੇ, ਕਹਿੰਦੇ ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਕਹਿੰਦੇ ਰੱਬ ਦੀ ਭਗਤੀ ਦੇ ਵਿੱਚ ਲੱਗ ਗਿਆ ਭਗਤ ਧੰਨਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਇੱਕ ਨਾ ਡਾਕਟਰ ਸਰੂਪ ਸਿੰਘ ਜੀ ਅਲੱਗ ਬੜੇ ਪ੍ਰਸਿੱਧ ਵਿਦਵਾਨ ਹੋਏ ਨੇ। ਉਹਨਾਂ ਨੇ ਇੱਕ ਪੁਸਤਕ ਲਿਖੀ ਹੈ ਹਰਮੰਦਰ ਦਰਸ਼ਨ। ਤੇ ਹਰਮੰਦਰ ਦਰਸ਼ਨ ਪੁਸਤਕ ਦੇ ਵਿੱਚ ਉਹਨਾਂ ਨੇ ਇੱਕ ਬੜੀ ਪਿਆਰੀ ਉਦਾਹਰਣ ਦਿੱਤੀ। ਕਹਿੰਦੇ ਵੀ ਸਾਡੀ ਡਿਊਟੀ ਹੈ ਜਿਹੜੀ, ਉਹ ਬਿਜਲੀ ਮਹਿਕਮੇ ਦੇ ਵਿੱਚ ਲੱਗੀ ਹੋਈ ਸੀ। ਜਿਹੜੇ ਲੋਕ ਜਿਨ੍ਹਾਂ ਦੀਆਂ ਜਦੋਂ ਪੋਸਟਾਂ ਖਾਲੀ ਹੁੰਦੀਆਂ ਸਨ ਤੇ ਉਹਨਾਂ ਦੀ ਇੰਟਰਵਿਊਜ਼ ਜਿਹੜੀਆਂ ਲੈਣੀਆਂ ਹੁੰਦੀਆਂ ਸੀ ਨਾ, ਡਾਕਟਰ ਸਰੂਪ ਸਿੰਘ ਜੀ ਅਲੱਗ ਕਹਿੰਦੇ ਵੀ ਉਹ ਸਾਡੀ ਡਿਊਟੀ ਲੱਗੀ ਸੀ। ਕਹਿੰਦੇ 8 ਵਜੇ ਦਾ ਟਾਈਮ ਹੈ ਤੇ ਸਾਡਾ ਨੇਮ ਹੁੰਦਾ ਸੀ ਵੀ ਪਹਿਲਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰ ਕੇ ਕੁਝ ਸਮਾਂ ਇਲਾਹੀ ਬਾਣੀ ਦਾ ਕੀਰਤਨ ਸੁਣ ਕੇ ਤੇ ਫਿਰ ਜਿਹੜਾ ਆ ਆਪਣੇ ਕੰਮਕਾਰ ਤੇ ਜਾਇਆ ਜਾਵੇ। ਅੱਜ ਵੀ ਕਈ ਰੂਹਾਂ ਐਸੀਆਂ ਜਿਹੜੀਆਂ ਪਹਿਲਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੀਆਂ, ਬਾਅਦ ਦੇ ਵਿੱਚ ਆਪਣੇ ਕਾਰੋਬਾਰ ਕਰਦੀਆਂ। ਉਹਨਾਂ ਨੇ ਲਿਖਿਆ, ਕਹਿੰਦੇ ਜੀ ਮੈਂ 8 ਵਜੇ ਜਾ ਕੇ ਇੰਟਰਵਿਊ ਸਾਰਿਆਂ ਦੀਆਂ ਲੈਣੀਆਂ ਸਨ ਤੇ ਮੈਂ ਪਹਿਲਾਂ ਆਣ ਕੇ ਦਰਬਾਰ ਦੇ ਵਿੱਚ ਜਿੱਥੇ ਰਾਗੀ ਸਿੰਘ ਕੀਰਤਨ ਕਰਦੇ ਆ ਨਾ, ਉਹਨਾਂ ਦੇ ਪਿੱਛੇ ਆਣ ਕੇ ਬੈਠ ਗਿਆ। ਕਹਿੰਦੇ ਜਦੋਂ ਮੈਂ ਪਿੱਛੇ ਆਣ ਕੇ ਬੈਠਾ ਨਾ, ਤੇ ਕਹਿੰਦੇ ਮੈਂ ਕੀ ਵੇਖਦਾ, ਇੱਕ ਬੜੀ ਰੱਬੀ ਰੰਗ ਦੇ ਵਿੱਚ ਰੰਗੀ ਹੋਈ ਰੂਹ, ਜਿਹਦਾ ਸਫੈਦ ਦਾੜ ਹੈ, ਸਜਾਈ ਹੋਈ ਉਹਨੇ ਦਸਤਾਰ ਹੈ, ਤੇ ਨਾਮ ਦੇ ਵਿੱਚ ਭਿੱਜੀ ਹੈ। ਤੇ ਇਲਾਹੀ ਬਾਣੀ ਦਾ ਕੀਰਤਨ ਜਦੋਂ ਰਾਗੀ ਸਿੰਘ ਕਰ ਰਹੇ ਨੇ ਨਾ, ਤੇ ਉਹ ਉਸ ਅਲੌਕਿਕ ਨਜ਼ਾਰੇ ਦੇ ਵਿੱਚ ਆਨੰਦ ਮਾਣ ਰਹੀ ਹੈ। ਕਹਿੰਦੇ ਮੈਂ ਬੜਾ ਪ੍ਰਭਾਵਿਤ, ਆਪਾਂ ਵੀ ਪ੍ਰਭਾਵਿਤ ਹੋ ਜਾਂਦੇ ਹਾਂ, ਸੁਭਾਵਿਕ ਜੀ ਗੱਲ ਹੈ। ਜਦੋਂ ਕੋਈ ਜੁੜੀ ਹੋਈ ਰੂਹ ਮਿਲਦੀ ਹੈ ਨਾ, ਜਦੋਂ ਕੋਈ ਜੁੜਿਆ ਹੋਇਆ ਗੁਰਸਿੱਖ ਮਿਲਦਾ, ਜਦੋਂ ਕੋਈ ਨਾਮ ਜਪਣ ਵਾਲੀ ਰੂਹ ਮਿਲਦੀ ਹੈ, ਸੁਭਾਵਿਕ ਜੀ ਗੱਲ ਹੈ। ਡਾਕਟਰ ਸਰੂਪ ਸਿੰਘ ਜੀ ਲਿਖਦੇ, ਕਹਿੰਦੇ ਵੀ ਮੈਂ ਬੜਾ ਹੀ ਪ੍ਰਭਾਵਿਤ ਹੋਇਆ ਵੀ ਐਡੀ ਪਿਆਰੀ ਰੂਹ ਹੈ। ਪਰ ਜਦੋਂ ਮੈਂ ਉਹਦੇ ਕੱਪੜਿਆਂ ਵੱਲ ਨਜ਼ਰ ਮਾਰੀ ਨਾ, ਤੇ ਕਹਿੰਦੇ ਉਹਨੇ ਜਿਹੜਾ ਕੱਪੜੇ ਪਾਏ ਹੋਏ ਨੇ ਨਾ, ਤੇ ਉਹਦੇ ਕੱਪੜਿਆਂ ਦੇ ਉੱਪਰ ਲੱਗੀਆਂ ਹੋਈਆਂ ਟਾਕੀਆਂ, ਫਟੇ ਹੋਏ ਕੱਪੜੇ ਨੇ, ਫਟਿਆ ਹੋਇਆ ਉਹਦਾ ਚੋਲਾ ਹੈ, ਤੇ ਟਾਕੀਆਂ ਥਾਂ ਥਾਂ ਤੋਂ ਉਹਨੇ ਆਪਣੇ ਚੋਲੇ ਤੇ ਲਾਈਆਂ ਹੋਈਆਂ। ਹੁਣ ਡਾਕਟਰ ਸਾਹਿਬ ਕਹਿੰਦੇ ਕੰਮਕਾਰ ਚੰਗਾ ਸੀ, ਤੇ ਮਨ ਦੇ ਵਿੱਚ ਆਇਆ ਵੀ ਇਹੋ ਜੀ ਨਾਮ ਜਪਣ ਵਾਲੀ ਰੂਹ ਜਿਹੜੀ ਜੁੜ ਕੇ ਕੀਰਤਨ ਸੁਣਦੀ ਹੈ, ਵੀ ਇਹਦਾ ਨਾ ਆਪਾਂ ਨੂੰ ਭਲਾ ਕਰਨਾ ਚਾਹੀਦਾ। ਵਿਚਾਰੇ ਦੇ ਕੋਲ ਪਾਉਣ ਵਾਸਤੇ ਵਧੀਆ ਕੱਪੜੇ ਨਹੀਂ ਹੈਗੇ, ਤੇ ਮੈਂ ਨਾ ਜੇ ਕਿਧਰੇ 8 ਵਜੇ ਮੈਂ ਜਾਣਾ, ਤੇ ਜੇ ਕਿਧਰੇ ਇਹ 7 ਵਜੇ ਤੱਕ ਇੱਥੋਂ ਉੱਠ ਪੈਣ ਨਾ ਕਿਧਰੇ,
ਤੇ ਮੈਂ ਇਹਨਾਂ ਨੂੰ ਬਾਹਰ ਜਾ ਕੇ ਨਾ ਇੱਕ ਸੋਹਣਾ ਸੂਟ ਲੈ ਕੇ ਦਿਆਂ, ਕੱਪੜਾ ਲੈ ਕੇ ਦਿਆਂ, ਤਾਂ ਕਿ ਇਹੋ ਜੀ ਰੂਹ ਇਹ ਸੂਟ ਪਾ ਕੇ ਜਦੋਂ ਦਰਬਾਰ ਦੇ ਵਿੱਚ ਆਵੇਗੀ ਹੋਰ ਵੀ ਜ਼ਿਆਦਾ ਜਚੇਗੀ, ਸੋਹਣੀ ਲੱਗੇਗੀ। ਕਹਿੰਦੇ ਵੀ ਉਹ ਜੁੜੀ ਹੋਈ ਰੂਹ ਉੱਥੇ ਬੈਠੀ ਆ। ਕਹਿੰਦੇ ਇੱਕ ਧਿਆਨ ਮੇਰਾ ਘੜੀ ਤੇ ਜਾਂਦਾ ਹੈ ਤੇ ਇੱਕ ਧਿਆਨ ਮੇਰਾ ਉਹਦੇ ਤੇ ਟਿਕਿਆ ਹੋਇਆ ਵੀ ਕਦੋਂ ਇਹ ਉੱਠੇਗੀ, ਤੇ ਇੱਕ ਪਾਸਾ ਜਿਹੜਾ ਮੇਰਾ ਆ ਉਹ ਉਧਰ ਹੈ ਵੀ ਕਿਧਰੇ ਮੈਂ ਲੇਟ ਨਾ ਹੋ ਜਾਵਾਂ, ਕਿਉਂਕਿ ਜੇ ਮੈਂ ਹੀ ਲੇਟ ਹੋ ਗਿਆ ਤੇ ਉੱਥੇ ਜਿਹੜੇ ਆਉਣ ਵਾਲੇ ਵਿਦਿਆਰਥੀ ਨੇ ਜਿਨ੍ਹਾਂ ਨੇ ਇੰਟਰਵਿਊਜ਼ ਦੇਣੀਆਂ ਨੇ ਉਹਨਾਂ ਦੇ ਨਾਲ ਫਿਰ ਮੈਂ ਗੱਲਬਾਤ ਕੀ ਕਰ ਪਾਵਾਂਗਾ, ਕਿਧਰੇ ਲੇਟ ਹੀ ਨਾ ਹੋ ਜਾਵਾਂ। ਕਹਿੰਦੇ ਕਰਦਿਆਂ ਕਰਾਂਦਿਆਂ ਕਹਿੰਦੇ ਜਦੋਂ ਪੂਰੇ 7 ਤੇ ਸੂਈ ਆਈ ਨਾ ਤੇ ਉਹ ਰੂਹ ਉੱਠ ਪਈ। ਇਹ ਜਿਹੜੀ ਕਿਤਾਬ ਹੈ ਨਾ ਹਰਮੰਦਰ ਦਰਸ਼ਨ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਦੁਆਰਾ ਛਾਪੀ ਗਈ ਜੇ, ਉਹਦੇ ਵਿੱਚ ਲਿਖਿਆ ਏ। ਕਹਿੰਦੇ ਪੂਰੇ 7 ਵਜੇ ਉਹ ਰੂਹ ਉੱਠ ਪਈ ਤੇ ਕਹਿੰਦੇ ਉੱਠ ਕੇ ਤੇ ਮੈਂ ਵੀ ਚਲੋ ਸ਼ੁਕਰ ਕੀਤਾ ਗੁਰੂ ਰਾਮਦਾਸ ਜੀ ਦਾ ਵੀ ਮੇਰੇ ਮਨ ਦੀ ਵੀ ਇੱਛਾ ਪੂਰੀ ਹੋ ਗਈ। ਕਹਿਣ ਲੱਗੇ ਮੈਂ ਵੀ ਘੁੰਮ ਕੇ ਨਾ ਛੇਤੀ ਛੇਤੀ ਵੀ ਚਲੋ ਬਾਹਰ ਜਾ ਕੇ ਮਿਲਦੇ ਆ। ਜਦੋਂ ਹਰ ਕੀ ਪੌੜੀ ਦੇ ਕੋਲ ਆਏ ਤੇ ਉਹਨੇ ਮੇਰੇ ਮੋਢੇ ਤੇ ਆਣ ਕੇ ਹੱਥ ਰੱਖ ਦਿੱਤਾ ਤੇ ਮੇਰੇ ਮੋਢੇ ਤੇ ਹੱਥ ਰੱਖ ਕੇ ਉਹਨੇ ਇਹ ਗੱਲ ਕਹੀ, ਸੱਜਣਾ ਉਹ ਗੁਰੂ ਦੇ ਦਰਬਾਰ ਦੇ ਵਿੱਚ ਆਉਣਾ ਹੈ ਤੇ ਮਨ ਦੀ ਸ਼ਾਂਤੀ ਲੈ ਕੇ ਆਇਆ ਕਰੋ, ਟਿਕਾ ਲੈ ਕੇ ਆਇਆ ਕਰੋ। ਉਹ ਨਾ ਤੂੰ ਆਪ ਕੀਰਤਨ ਸੁਣਿਆ ਹੀ ਤੇ ਨਾ ਮੈਨੂੰ ਸੁਣਨ ਦਿੱਤਾ ਹੀ। ਕਹਿੰਦਾ ਜਦੋਂ ਉਹਨੇ ਇਹ ਗੱਲ ਕਹੀ ਨਾ ਵੀ ਨਾ ਤੂੰ ਆਪ ਸੁਣਿਆ ਤੇ ਨਾ ਮੈਨੂੰ ਸੁਣਨ ਦਿੱਤਾ, ਤੇ ਕਹਿੰਦੇ ਮੇਰੇ ਸਰੀਰ ਦੇ ਰੋਮ ਐ ਖੜੇ ਹੋ ਗਏ, ਮੇਰੇ ਤੇ ਸਰੀਰ ਦੇ ਵਿੱਚ ਕੰਮਣੀ ਛੁੱਟ ਗਈ ਵੀ ਮੈਂ ਇਹਨੂੰ ਜਾਣਦਾ ਨਹੀਂ, ਪਹਿਚਾਣਦਾ ਨਹੀਂ, ਪਹਿਲੀ ਵਾਰੀ ਗੱਲ ਹੋਣ ਲੱਗੀ ਹੈ। ਤੇ ਕਹਿੰਦਾ ਵੀ ਨਾ ਤੂੰ ਆਪ ਸੁਣਿਆ ਹੀ ਤੇ ਨਾ ਮੈਨੂੰ ਸੁਣਨ ਦਿੱਤਾ। ਕਹਿੰਦੇ ਗੱਲ ਕੱਪੜੇ ਦੀ ਹੈ ਨਾ, ਕਹਿੰਦੇ ਰੱਬ ਦੀ ਕਿਰਪਾ ਦੇ ਨਾਲ ਕੋਈ ਘਾਟਾ ਨਹੀਂ, ਕੱਪੜੇ ਬੜੇ ਹੈ। ਹਾਂ ਤੇਰੇ ਮਨ ਦੀ ਇੱਛਾ ਹੈ, ਤੂੰ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਬੈਠ ਕੇ ਸੰਕਲਪ ਲਿਆ ਵੀ ਇਹਨੂੰ ਸੂਟ ਲੈ ਕੇ ਦੇਣਾ, ਕਹਿੰਦੇ ਚੱਲ ਚੱਲੀਏ ਲੈ ਕੇ ਆਈਏ। ਕਹਿੰਦਾ ਮੈਂ ਰੁਕ ਗਿਆ ਤੇ ਕਹਿੰਦੇ ਉਸ ਵੇਲੇ ਮੈਂ ਪੁੱਛਿਆ ਜੇ ਸੂਟਾਂ ਦੇ ਘਾਟੇ ਨਹੀਂ, ਜੇ ਮਾਇਆ ਦੇ ਘਾਟੇ ਨਹੀਂ ਤੇ ਆ ਟਾਕੀਆਂ ਵਾਲਾ ਕਿਉਂ ਭਾਈ, ਆ ਫੜਿਆ ਪੁਰਾਣਾ ਕਿਉਂ ਭਾਈ? ਤੇ ਉਹਨੇ ਜਵਾਬ ਬੜਾ ਪਿਆਰਾ ਦਿੱਤਾ। ਕਹਿੰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਜੁੜੇ ਨਾ, ਨਾਮ ਨੂੰ ਜਪਿਆ, ਬਾਣੀ ਨੂੰ ਪੜ੍ਹਿਆ, ਬਾਣੀ ਨੂੰ ਸੁਣਿਆ, ਕਹਿੰਦੇ ਜਿਵੇਂ ਜਿਵੇਂ ਜੀਵਨ ਦੇ ਵਿੱਚ ਰੂਹਾਨੀਅਤ ਆਉਂਦੀ ਗਈ, ਜਿਸ ਦਿਨ ਮੈਂ ਆਪਣੇ ਕਾਮ ਤੇ ਕਾਬੂ ਪਾਇਆ, ਮੈਂ ਆਪਣੇ ਕੱਪੜੇ ਤੇ ਟਾਕੀ ਲਾ ਲਈ। ਜਿਸ ਦਿਨ ਮੈਂ ਆਪਣੇ ਕ੍ਰੋਧ ਤੇ ਕਾਬੂ ਪਾ ਲਿਆ, ਉਸ ਦਿਨ ਮੈਂ ਆਪਣੇ ਇਸ ਵਸਤਰ ਤੇ ਇਸ ਸੂਟ ਤੇ ਇੱਕ ਹੋਰ ਟਾਕੀ ਲਾ ਲਈ। ਜਿਸ ਦਿਨ ਮੈਂ ਆਪਣੇ ਹੰਕਾਰ ਨੂੰ ਜਿੱਤਿਆ, ਕਹਿੰਦੇ ਉਸ ਦਿਨ ਮੈਂ ਇੱਕ ਹੋਰ ਟਾਕੀ ਲਾ ਲਈ। ਕਹਿੰਦਾ ਇਹ ਤੁਹਾਨੂੰ ਟਾਕੀਆਂ ਨਜ਼ਰ ਆਉਂਦੀਆਂ, ਕਹਿੰਦੇ ਇਹ ਟਾਕੀਆਂ ਨਹੀਂ, ਇਹ ਤੇ ਗੁਰੂ ਰਾਮਦਾਸ ਦੇ ਦਰ ਤੋਂ ਮਿਲੇ ਹੋਏ ਜਿਹੜੇ ਨੇ ਉਹ ਮੈਨੂੰ ਮੈਡਲ ਨੇ। ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਮੈਡਲ ਨੇ, ਇਹ ਪ੍ਰਾਪਤੀਆਂ ਨੇ। ਸਤਿਗੁਰੂ ਨੇ ਬਾਣੀ ਦੇ ਵਿੱਚ ਬੜਾ ਪਿਆਰਾ ਬਚਨ ਕਿਹਾ, ਜੇ ਮੈਂ ਸਾਂਝਾ ਕਰਦਿਆਂ। ਮਾਲਕ ਜੀ ਕਹਿੰਦੇ ਸੱਜਣਾ ਇੱਕ ਗੱਲ ਚੇਤੇ ਰੱਖੀ, ਜੇ ਸੇਵਾ ਕਰਦਾ ਹੈ, ਜੇ ਬਾਣੀ ਪੜ੍ਹਦਾ ਹੈ, ਜੇ ਨਾਮ ਜਪਦਾ ਹੈ, ਜੇਕਰ ਤੂੰ ਆਪਣੇ ਕਾਮ ਤੇ ਕਾਬੂ ਨਾ ਪਾ ਸਕਿਆ, ਜੇਕਰ ਤੂੰ ਆਪਣੇ ਕ੍ਰੋਧ ਤੇ ਕਾਬੂ ਨਾ ਪਾ ਸਕਿਆ, ਜੇਕਰ ਤੂੰ ਆਪਣੇ ਮੋਹ ਨੂੰ ਨਾ ਜਿੱਤ ਸਕਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰੀ ਤੇਰੀ ਕੀਤੀ ਹੋਈ ਸੇਵਾ ਜਿਹੜੀ ਹੈ ਨਾ ਉਹ ਵਿਅਰਥ ਚਲੀ ਗਈ। ਬਾਣੀ ਦਾ ਵਚਨ ਹੈ। ਮਾਲਕ ਜੀ ਕਹਿੰਦੇ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੁੱਟਿਓ ਦੇਵਾ। ਕਹਿੰਦੇ ਪਰ ਨਿੰਦਾ ਮੁਖ ਤੇ ਨਹੀਂ ਛੁੱਟੀ, ਕਹਿੰਦੇ ਪਰਾਈ ਨਿੰਦਿਆ ਤੇ ਛੱਡੀ ਕੋਈ ਨਹੀਂ। ਨਿੰਦਿਆ ਤੇ ਚੁਗਲੀ ਦੇ ਚੱਕਰਾਂ ਦੇ ਵਿੱਚ ਤੂੰ ਪਿਆ, ਪਰ ਨਿੰਦਾ ਮੁਖ ਤੇ ਨਹੀਂ ਛੁੱਟੀ। ਕਹਿੰਦੇ ਨਿਫਲ ਭਈ ਸਭ ਸੇਵਾ, ਸਾਰੀ ਦੀ ਸਾਰੀ ਕੀਤੀ ਹੋਈ ਤੇਰੀ ਸੇਵਾ ਜਿਹੜੀ ਉਹ ਵਿਅਰਥ ਚਲੀ ਗਈ। ਸਤਿਗੁਰੂ ਜੀ ਨੇ ਬੜਾ ਪਿਆਰਾ ਬਚਨ ਕਿਹਾ। ਮਾਲਕ ਜੀ ਕਹਿੰਦੇ ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ। ਕਹਿੰਦੇ ਰੱਬ ਦਾ ਨਾਮ ਹੈ ਨਾ ਜਿਹੜਾ ਤਤ ਸਾਰੇ। ਹੁਣ ਸੁਣਿਓ, ਇੱਕ ਨਾ ਮੈਂ ਬਾਣੀ ਪੜ੍ਹ ਰਿਹਾ ਸਾਂ ਤੇ ਸੁਭਾਵਕ ਹੀ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਦੇ ਵਿੱਚੋਂ ਇੱਕ ਸ਼ਲੋਕ ਜਦੋਂ ਸਾਹਮਣੇ ਆਇਆ ਨਾ ਤੇ ਸੱਚ ਕਰਕੇ ਜਾਣਿਓ ਗੁਰੂ ਦੇ ਚਰਨਾਂ ਦੇ ਵਿੱਚ ਬੈਠਾ ਹਿਰਦੇ ਨੂੰ ਟੁੰਬ ਕੇ ਚਲਾ ਗਿਆ। ਬਾਬਾ ਫਰੀਦ ਸਾਹਿਬ ਨੇ ਪਤਾ ਕੀ ਕਿਹਾ? ਸੁਣਿਓ ਬਚਨ, ਤੁਹਾਡੇ ਵਾਸਤੇ ਵੀ ਬੜਾ ਪਿਆਰਾ ਜੀ। ਪੁਰਾਣੇ ਸਮੇਂ ਦੇ ਵਿੱਚ ਜਦੋਂ ਬੱਚਿਆਂ ਦਾ ਜਨਮ ਹੁੰਦਾ ਸੀ ਨਾ ਤੇ ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਵੀ ਦਾਈ ਹੈ ਜਿਹੜੀ ਦਾਈ ਉਹ ਕੇਸ ਕਰਦੀ ਹੁੰਦੀ ਸੀ। ਬੱਚਿਆਂ ਦਾ ਜਨਮ ਜਿਹੜਾ ਉਹ ਦਾਈ ਦੇ ਨਹੀਂ ਹੁੰਦਾ ਸੀ। ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਨਮ ਹੋਇਆ ਤੇ ਦਾਈ ਦੌਲਤਾਂ ਸੀ, ਹਨਾ।
ਇਸੇ ਤਰ੍ਹਾਂ ਦਾਈਆਂ ਹੁੰਦੀਆਂ ਸਨ। ਅੱਜ ਹਸਪੀਟਲਾਂ ਦੇ ਵਿੱਚ ਬੱਚਿਆਂ ਦੇ ਕੇਸ ਹੁੰਦੇ ਹਨ, ਤੇ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਨਾ, ਤੇ ਸਾਨੂੰ ਸਾਰਿਆਂ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਮਾਂ ਦਾ ਨਾੜੂਆ ਬੱਚੇ ਦੀ ਧੁੰਨੀ ਦੇ ਨਾਲ ਜੁੜਿਆ ਹੁੰਦਾ, ਅਟੈਚ ਹੁੰਦੇ ਨੇ ਇੱਕ ਦੂਜੇ ਨਾਲ। ਉੱਥੋਂ ਖੁਰਾਕ ਬੱਚੇ ਦੇ ਪੇਟ ਦੇ ਵਿੱਚ ਜਾਂਦੀ ਹੈ, ਉਹ ਨਾੜੂਆ ਜੁੜਿਆ ਹੁੰਦਾ। ਬਾਬਾ ਫਰੀਦ ਸਾਹਿਬ ਨੇ ਨਾ ਵਚਨ ਬੜਾ ਪਿਆਰਾ ਕਿਹਾ, ਕਹਿੰਦੇ ਜਦੋਂ ਨਾ ਬੱਚਾ ਪੈਦਾ ਹੋਇਆ ਤੇ ਦਾਈ ਨੇ ਉਹ ਨਾੜੂਆ ਫੜ ਕੇ ਕੱਟਤਾ, ਨਾੜੂਆ ਕੱਟਿਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਐ ਦਾਈ ਕਿਧਰੇ ਮੇਰੇ ਤੇ ਇੱਕ ਭਲਾ ਕਰ ਦਿੰਦੀ। ਕਹਿੰਦੇ ਜਦੋਂ ਤੂੰ ਮੇਰਾ ਇਹ ਨਾੜੂਆ ਕੱਟਿਆ ਸੀ ਨਾ, ਕਹਿੰਦੇ ਉਦੋਂ ਕਿਧਰੇ ਤੂੰ ਮੇਰਾ ਆ ਗਲਾ ਦਾ ਸਾਹ ਰਾਗ ਵੀ ਕੱਟ ਦਿੰਦੀ, ਆ ਮੇਰਾ ਗਲਾ ਵੀ ਕੱਟ ਦਿੰਦੀ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਤੇ ਪੁੱਛਣ ਵਾਲੇ ਨੇ ਪੁੱਛਿਆ, ਕਿਉਂ ਬਾਬਾ ਜੀ, ਤੁਹਾਨੂੰ ਜੀਵਨ ਚੰਗਾ ਨਹੀਂ ਲੱਗਦਾ, ਤੁਹਾਨੂੰ ਜ਼ਿੰਦਗੀ ਚੰਗੀ ਨਹੀਂ ਲੱਗਦੀ? ਤੇ ਬਾਬਾ ਫਰੀਦ ਸਾਹਿਬ ਨੇ ਕਿਹਾ, ਕਹਿਣ ਲੱਗੇ, ਜਿਸ ਜ਼ਿੰਦਗੀ ਦੇ ਵਿੱਚ ਰੱਬ ਦੀ ਬੰਦਗੀ ਨਹੀਂ, ਜਿਸ ਜ਼ਿੰਦਗੀ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਦਾ ਨਾਮ ਨਹੀਂ, ਜਿਸ ਜ਼ਿੰਦਗੀ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਦੀ ਸੇਵਾ ਤੇ ਸਿਮਰਨ ਨਹੀਂ, ਭਗਤੀ ਨਹੀਂ, ਕਹਿੰਦੇ ਉਹਦੇ ਨਾਲੋਂ ਤੇ ਮਰ ਜਾਣਾ ਚੰਗਾ। ਸੁਣਿਓ ਬਚਨ, ਕਹਿੰਦੇ ਜੇ ਦੇ ਫਰੀਦਾ ਜੇ ਦੇ ਨਾਲਾ ਕੱਪਿਆ, ਨਾਲਾ ਨਾੜੂਆ ਕੱਟਿਆ, ਕੱਪਿਆ ਦਾ ਮਤਲਬ ਕੱਟਿਆ। ਫਰੀਦਾ ਜੇ ਦੇ ਨਾਲਾ ਕੱਪਿਆ, ਜੇ ਗਲ ਕੱਪੈ ਚੁੱਖ, ਕਹਿੰਦੇ ਰਤਾ ਕੂ, ਚੁੱਖ ਦਾ ਮਤਲਬ ਰਤਾ ਕੂ, ਮੇਰਾ ਗਲਾ ਵੀ ਕੱਟ ਦਿੰਦੀ। ਕਹਿੰਦੇ ਪਵਨ ਨਾ ਇਤੀ ਮਾਮਲੇ ਸਹਾ ਨਾ ਇਤੀ ਦੁੱਖ, ਰੱਬ ਦਾ ਨਾਮ ਸਾਰ ਕੇ ਨਾ ਇਹਨੇ ਮਾਮਲੇ ਨਾ ਇਹਨੇ ਦੁੱਖ ਜਿਹੜੇ ਨੇ ਉਹ ਸਹਿਣ ਕਰਨੇ ਪੈਂਦੇ, ਕਿਉਂਕਿ ਪਰਮਾਤਮਾ ਅਕਾਲ ਪੁਰਖ ਦਾ ਨਾਮ ਹੈ ਜਿਹੜਾ ਜਿਹਨੇ ਵੀ ਜਪਿਆ ਹੈ ਉਹਦਾ ਜਿਹੜਾ ਉਹ ਉਧਾਰ ਹੋਇਆ। ਤਾਂ ਗੁਰੂ ਸਾਹਿਬ ਨੇ ਇਹ ਬਚਨ ਕਹੇ। ਮਾਲਕ ਜੀ ਕਹਿੰਦੇ, ਖੋਜਤ ਖੋਜਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ, ਰੱਬ ਦਾ ਨਾਮ ਜਿਹੜਾ ਉਹ ਇਸ ਸੰਸਾਰ ਦੇ ਵਿੱਚ ਸ੍ਰੇਸ਼ਟ ਹੈ। ਕਿਲ ਬਿਖ ਕਾਟੇ ਨਿਮਖ ਆਰਾਧਿਆ, ਗੁਰਮੁਖ ਪਾਰ ਉਤਾਰਾ। ਬੜਾ ਪਿਆਰਾ ਬਚਨ ਕਿਹਾ ਸਤਿਗੁਰੂ ਜੀ ਨੇ। ਕਹਿਣ ਲੱਗੇ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਨਾ ਇੱਕ ਨਿਮਖ ਭਰ ਵੀ, ਅੱਖ ਝਮਕਣ ਜਿੰਨੇ ਸਮੇਂ ਜਿਤਨਾ ਸਮਾਂ ਵੀ, ਕਹਿੰਦੇ ਨਿਮਖ ਭਰ ਵੀ ਜਿਨ੍ਹਾਂ ਨੇ ਪਰਮਾਤਮਾ ਅਕਾਲ ਪੁਰਖ ਨੂੰ ਜਪ ਲਿਆ ਨਾ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ, ਕਹਿਣ ਲੱਗੇ ਪਰਮਾਤਮਾ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਤਾਂ ਹੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਮਾਲਕ ਜੀ ਕਹਿੰਦੇ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਜਿਨ੍ਹਾਂ ਨੇ ਇੱਕ ਚਿੱਤ ਹੋ ਕੇ ਇੱਕ ਛਿਨ ਮਾਤਰ ਵੀ ਰੱਬ ਨੂੰ ਧਿਆ ਲਿਆ ਨਾ, ਮਾਲਕ ਜੀ ਕਹਿੰਦੇ ਕਾਲ ਫਾਂਸ ਕੇ ਵਿੱਚ ਨਾ ਆਇਓ, ਉਹ ਜਨਮ ਮਰਨ ਦੇ ਗੇੜ ਦੇ ਵਿੱਚੋਂ ਨਿਕਲ ਗਏ ਹਨ। ਹਰ ਰਸ ਪੀਵੋ ਪੁਰਖ ਗਿਆਨੀ। ਮਾਲਕ ਨੇ ਬਚਨ ਕਹੇ, ਕਹਿਣ ਲੱਗੇ, ਇਹ ਨਾਮ ਦੇ ਰਸੀਏ ਪੁਰਖ, ਇਹ ਨਾਮ ਜਪਣ ਵਾਲੀ ਰੂਹ, ਪਰਮਾਤਮਾ ਦੇ ਨਾਮ ਦੇ ਰਸ ਨੂੰ ਚੱਖ। ਵੇਖੋ, ਇਹ ਸਾਡਾ ਸੁਭਾਅ ਆ ਕਿ ਅਸੀਂ ਤਰ੍ਹਾਂ ਤਰ੍ਹਾਂ ਦੇ ਰਸਾਂ ਕਸਾਂ ਦੇ ਵਿੱਚ ਫਸੇ ਆ। ਗੁਰੂ ਅਮਰਦਾਸ ਜੀ ਦਾ ਬਚਨ ਆਪਾਂ ਪੜ੍ਹਦੇ ਆ, ਮਾਲਕ ਜੀ ਕਹਿੰਦੇ, ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਤੇਰੀ ਪਿਆਸ ਨਹੀਂ ਜਾਣੀ। ਰੱਬ ਦਾ ਨਾਮ ਜਪ, ਪਿਆਸ ਨਾ ਜਾਏ। ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ, ਕਹਿੰਦੇ ਹਰ ਰਸ ਪਾਏ ਪੱਲੇ ਪੀਏ, ਬੌੜ ਨਾ ਤ੍ਰਿਸ਼ਨਾ ਲਾਗੇ ਆਏ। ਕਹਿਣ ਲੱਗੇ, ਜਦੋਂ ਰੱਬ ਦਾ ਨਾਮ ਪੀਵੇਂਗੀ, ਜਦੋਂ ਰੱਬ ਦਾ ਨਾਮ ਜਪੇਗਾ, ਤੇਰੇ ਸਾਰੇ ਦੇ ਸਾਰੇ ਜਿਹੜੇ ਭੁੱਖਾਂ ਨੇ ਉਹ ਮੁੱਕ ਜਾਵਣਗੀਆਂ। ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ, ਸਾਧੂ ਅੰਮ੍ਰਿਤ ਬਾਣੀ। ਇੱਥੇ ਵੀ ਬਚਨ ਕਹੇ, ਕਹਿੰਦੇ ਮਹਾਨ ਤ੍ਰਿਪਤੀ ਪ੍ਰਾਪਤ ਹੁੰਦੀ ਆ। ਮਹਾਨ ਤ੍ਰਿਪਤੀ, ਅੰਦਰ ਦਾ ਰੱਜ ਪ੍ਰਾਪਤ ਹੁੰਦਾ ਹੈ ਜਦੋਂ ਗੁਰੂ ਦੀ ਬਾਣੀ ਨੂੰ ਸੁਣਿਆ ਤੇ ਪੜ੍ਹਿਆ ਜਾਵੇ, ਜਦੋਂ ਗੁਰੂ ਦੇ ਰਾਹੀਂ ਪ੍ਰਮਾਤਮਾ ਅਕਾਲ ਪੁਰਖ ਦੇ ਨਾਮ ਦੀ ਦਾਤ ਮਿਲ ਜਾਂਦੀ ਹੈ। ਇੱਕ ਰਾਜੇ ਦੇ ਦਰਬਾਰ ਦੇ ਵਿੱਚ ਇੱਕ ਮੰਗਤਾ ਚਲਾ ਗਿਆ। ਹੁਣ ਜਦੋਂ ਰਾਜੇ ਦੇ ਦਰਬਾਰ ਦੇ ਵਿੱਚੋਂ ਮੰਗਤਾ ਜਾਂਦਾ ਹੈ ਨਾ, ਤੇ ਜਾ ਕੇ ਉਹਨੇ ਖੈਰ ਮੰਗੀ, ਤੇ ਰਾਜੇ ਦੇ ਜਿਹੜੇ ਅਹਲੰਕਾਰ ਸਨ ਉਹਨਾਂ ਨੇ ਖੈਰ ਪਾਣੀ ਚਾਹੀ। ਉਹ ਕਹਿੰਦਾ, ਮੈਂ ਤੁਹਾਡੇ ਤੋਂ ਨਹੀਂ ਲੈਣੀ, ਮੈਂ ਤਾਂ ਰਾਜੇ ਦੇ ਕੋਲ ਜਾਣਾ। ਛੱਡ ਗੱਲ ਵਧੀ ਤੇ ਰਾਜਾ ਕਹਿੰਦਾ ਵੀ ਚਲੋ ਕੋਈ ਗੱਲ ਨਹੀਂ, ਮੇਰੇ ਕੋਲ ਭੇਜ ਦਿਓ। ਹੁਣ ਜਦੋਂ ਮੰਗਤਾ ਰਾਜੇ ਦੇ ਕੋਲ ਪਹੁੰਚਿਆ ਨਾ, ਤੇ ਰਾਜਾ ਬੜਾ ਖੁਸ਼ ਹੈ, ਕਹਿੰਦਾ ਵੀ ਅੱਜ ਤੱਕ ਮੇਰੇ ਤੱਕ ਕੋਈ ਮੰਗਤਾ, ਕੋਈ ਭਿਖਾਰੀ ਪਹੁੰਚਿਆ ਨਹੀਂ, ਅਸੀਂ ਬਾਹਰੋਂ ਬਾਹਰ ਮੋੜ ਦਿੰਦੇ ਆ,
ਵੀ ਚੱਲ ਤੂੰ ਭਾਗਾਂ ਵਾਲਿਆ ਆ, ਤੂੰ ਚੰਗਾ ਆ, ਵੀ ਮੇਰੇ ਤੱਕ ਪਹੁੰਚ ਗਿਆ, ਲੈ ਵੀ ਅੱਜ ਤੈਨੂੰ ਰਜਾ ਦੇਣਾ। ਰਾਜੇ ਕੋਲ ਆਇਆ ਹਾਂ, ਵੀ ਆਮ ਇਨਸਾਨ ਕੋਲ ਥੋੜਾ ਆਇਆ ਵੀ ਜੋ ਮੰਗਣਾ ਤੂੰ ਮੰਗ ਲਾ, ਵੀ ਤੇਰੀਆਂ ਅੱਜ ਮੈਂ ਭੁੱਖਾਂ ਦੂਰ ਕਰ ਦੇਣੀਆਂ, ਦੱਸ ਕੀ ਚਾਹੀਦਾ। ਉਹ ਕਹਿੰਦਾ ਜੀ ਮੈਂ ਗਰੀਬ ਨੇ ਕੀ ਮੰਗਣਾ, ਵੀ ਆ ਮੇਰੇ ਕੋਲ ਇੱਕ ਲੋਟਾ ਹੈ, ਇੱਕ ਖੱਪਰ ਹੈ ਭਿਖਾਰੀਆਂ ਕੋਲ ਜਿਹੜਾ ਹੁੰਦਾ, ਕਹਿੰਦੇ ਵੀ ਇਹਨੂੰ ਭਰ ਦਿਓ ਬਸ, ਹੋਰ ਕੁਝ ਨਹੀਂ ਚਾਹੀਦਾ। ਰਾਜਾ ਕਹਿੰਦਾ ਬਸ, ਕਹਿੰਦਾ ਜੀ ਬਸ ਇਹਨੂੰ ਭਰ ਦਿਓ। ਰਾਜੇ ਨੇ ਆਪਣੇ ਵਜ਼ੀਰ ਨੂੰ ਆਵਾਜ਼ ਮਾਰੀ, ਆਪਣੇ ਖਜ਼ਾਨਚੀ ਨੂੰ ਆਵਾਜ਼ ਮਾਰੀ, ਕਹਿਣ ਲੱਗੇ ਵੀ ਇਹਦੇ ਇਸ ਖੱਪਰ ਨੂੰ ਹੀਰਿਆਂ ਮੋਤੀਆਂ ਜਵਾਹਰਾਤਾਂ ਨਾਲ ਭਰ ਦੇ। ਚਲਾ ਗਿਆ, ਖਜ਼ਾਨੇ ਦੇ ਵਿੱਚ ਗਿਆ। ਹੁਣ ਖਜ਼ਾਨੇ ਦੇ ਵਿੱਚੋਂ ਜੋ ਉਸ ਖੱਪਰ ਦੇ ਵਿੱਚ ਪਾਉਂਦਾ, ਲੋਟੇ ਦੇ ਵਿੱਚ ਪਾਉਂਦਾ, ਉਹ ਸਾਰੇ ਦਾ ਸਾਰਾ ਉਹਦੇ ਵਿੱਚ ਹੀ ਸਮਾ ਜਾਂਦਾ। ਰਾਜੇ ਦਾ ਸਾਰਾ ਖਜ਼ਾਨਾ ਉਹਨੇ ਉਸ ਲੋਟੇ ਦੇ ਵਿੱਚ ਪਾ ਦਿੱਤਾ ਤੇ ਲੋਟਾ ਫਿਰ ਖਾਲੀ ਦਾ ਖਾਲੀ। ਜਿਹੜਾ ਖਜ਼ਾਨਾ ਮੰਤਰੀ ਸੀ ਨਾ ਹੁੰਦਾ, ਉਹ ਤੇ ਤੜ ਪੁੱਟਿਆ। ਉਹਨੇ ਉਸ ਮੰਗਤੇ ਨੂੰ ਫੜਿਆ ਤੇ ਰਾਜੇ ਦੇ ਕੋਲ ਲੈ ਗਿਆ। ਰਾਜਾ ਜੀ ਆ ਕੋਈ ਠੱਗ ਜੇ, ਆ ਕੋਈ ਬਹਿਰੂਪੀਆ ਜੇ, ਅਸਲ ਦੇ ਵਿੱਚ ਇਹ ਮੰਗਤਾ ਨਹੀਂ ਹੈਗਾ। ਰਾਜਾ ਕਹਿੰਦਾ ਗੱਲ ਕੀ ਹੋਈ? ਕਹਿੰਦਾ ਇਹ ਕਹਿੰਦਾ ਸੀ ਖੱਪਰ ਭਰ ਦਿਓ, ਖੱਪਰ ਦੇ ਵਿੱਚ ਤੇ ਤੁਹਾਡਾ ਸਾਰਾ ਖਜ਼ਾਨਾ ਪੈ ਗਿਆ। ਹੁਣ ਤੇ ਮੈਨੂੰ ਇਉਂ ਲੱਗਦਾ ਵੀ ਇਹ ਰਾਜਾ ਆ ਤੇ ਤੁਹਾਡੀ ਹਾਲਤ ਭਿਖਾਰੀਆਂ ਵਾਲੀ ਆ। ਰਾਜਾ ਕਹਿੰਦਾ ਵੀ ਸੱਜਣਾ, ਮੈਂ ਤੇਰੇ ਨਾਲ ਇਹ ਵਾਅਦਾ ਕੀਤਾ ਸੀ ਵੀ ਇਹ ਖੱਪਰ ਭਰ ਦਿਆਂਗਾ, ਪਰ ਮੈਂ ਇਸ ਗੱਲ ਤੋਂ ਦੁਖੀ ਆ ਵੀ ਤੇਰਾ ਇਹ ਖੱਪਰ, ਇਹ ਲੋਟਾ ਮੈਂ ਭਰ ਨਹੀਂ ਸਕਿਆ। ਪਰ ਮੈਨੂੰ ਇੱਕ ਗੱਲ ਦੱਸ ਕੇ ਜਾ, ਮੈਂ ਤੇਰੇ ਤੋਂ ਵਾਪਸ ਨਹੀਂ ਮੰਗਦਾ। ਮੈਨੂੰ ਇਹ ਦੱਸ, ਇਹ ਜਿਹੜਾ ਖੱਪਰ ਹੈ, ਇਹ ਜਿਹੜਾ ਲੋਟਾ ਆ, ਇਹ ਬਣਿਆ ਕਾਹਦਾ? ਉਹਨੇ ਪਤਾ ਜਵਾਬ ਕੀ ਦਿੱਤਾ? ਕਹਿੰਦਾ ਰਾਜਾ ਜੀ ਜੇ ਪੁੱਛਦੇ ਹੋ ਨਾ ਵੀ ਕਾਹਦਾ ਬਣਿਆ, ਕਹਿੰਦੇ ਇਹ ਖੱਪਰ, ਇਹ ਲੋਟਾ ਬਣਿਆ ਆ ਇਨਸਾਨੀ ਹਿਰਦੇ ਦਾ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਕਿਹਾ, ਸਹਿਸ ਕਟੇ ਲੱਖ ਕੋਟ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਇਹ ਨਹੀਂ ਕਦੀ ਰਜਦਾ, ਇਹਦੇ ਚ ਜਿੰਨਾ ਕੁਝ ਮਰਜ਼ੀ ਪਾਈ ਜੋ। ਕਹਿੰਦੇ ਇਨਸਾਨ ਦੇ ਹਿਰਦੇ ਦਾ ਬਣਿਆ। ਰਾਜਾ ਕਹਿੰਦਾ ਵੀ ਇਹ ਕਦੀ ਭਰੇਗਾ ਨਹੀਂ। ਕਹਿੰਦਾ ਨਹੀਂ ਭਰੇਗਾ। ਕਹਿੰਦਾ ਕੋਈ ਨਾ ਕੋਈ ਤੇ ਤਰੀਕਾ ਹੋਏਗਾ। ਉਸ ਫਕੀਰ ਨੇ, ਉਸ ਮੰਗਤੇ ਨੇ ਇੱਕ ਗੱਲ ਕਹੀ, ਕਹਿੰਦੇ ਹਾਂ ਇੱਕ ਤਰੀਕਾ ਹੈ ਇਹਨੂੰ ਭਰਨ ਦਾ। ਕਹਿੰਦੇ ਉਹ ਤਰੀਕਾ ਕਿਹੜਾ ਹੈ? ਕਹਿੰਦਾ ਉਹ ਤਰੀਕਾ ਆ ਪਰਮਾਤਮਾ ਦਾ ਨਾਮ। ਜਿਹੜਾ ਪਰਮਾਤਮਾ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ, ਜਿਹੜਾ ਬੰਦਗੀ ਦੇ ਨਾਲ ਜੁੜ ਜਾਂਦਾ ਹੈ, ਜਿਹੜਾ ਸੇਵਾ ਤੇ ਸਿਮਰਨ ਦੇ ਨਾਲ ਜੁੜ ਜਾਂਦਾ ਹੈ, ਕਹਿੰਦੇ ਉਹਦੇ ਹਿਰਦੇ ਨੂੰ ਸੰਤੋਖ ਰੂਪੀ ਥੱਲਾ ਲੱਗ ਜਾਂਦਾ। ਗੁਰੂ ਸਾਹਿਬ ਨੇ ਕਿਹਾ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਫਿਰ ਕਿਹਾ ਨਾਮ ਰੰਗ ਸਰਬ ਸੁਖ ਹੋਏ। ਕਹਿੰਦੇ ਨਾਮ ਦਾ ਥੱਲਾ ਲਾ ਲਈਏ ਤੇ ਇਹ ਅੰਦਰ ਭਰਿਆ ਜਾ ਸਕਦਾ ਹੈ, ਹਿਰਦਾ ਭਰਿਆ ਜਾ ਸਕਦਾ ਹੈ। ਨਹੀਂ ਤੇ ਚੇਤੇ ਰੱਖਿਓ, ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ, ਮਾਲਕ ਜੀ ਕਹਿੰਦੇ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਇਹ ਤਾਂ ਬੜਾ ਪਿਆਰਾ ਬਚਨ ਕਿਹਾ ਸਤਿਗੁਰੂ ਜੀ ਨੇ। ਮਾਲਕ ਜੀ ਕਹਿਣ ਲੱਗੇ, ਸੁਣ ਸੁਣ ਮਹਾ ਤ੍ਰਿਪਤ ਮਨ ਪਾਵੇ। ਮਨ ਜਿਹੜਾ ਹੈ ਉਹ ਮਹਾਨ ਤ੍ਰਿਪਤੀ ਪ੍ਰਾਪਤ ਕਰ ਲੈਂਦਾ। ਕਦੋਂ? ਜਦੋਂ ਗੁਰੂ ਸਾਹਿਬਾਨਾਂ ਦੀ ਬਾਣੀ, ਜਦੋਂ ਮਹਾਂਪੁਰਸ਼ਾਂ ਦੀ ਬਾਣੀ ਨੂੰ ਉਹ ਸਰਵਣ ਕਰਦਾ ਹੈ। ਰਹਾਉ ਮੁਕਤ ਭੁਗਤ ਜੁਗਤ ਸੱਚ ਪਾਈਐ, ਸਰਬ ਸੁਖਾਂ ਕਾ ਦਾਤਾ। ਮਾਲਕ ਜੀ ਨੇ ਵਚਨ ਕਹੇ, ਕਹਿੰਦੇ ਪ੍ਰਮਾਤਮਾ ਸਾਰੇ ਸੁੱਖਾਂ ਦਾ ਦਾਤਾ ਹੈ ਤੇ ਪ੍ਰਮਾਤਮਾ ਦੇ ਘਰ ਦੇ ਵਿੱਚ ਮੁਕਤੀ ਵੀ ਹੈ, ਪ੍ਰਮਾਤਮਾ ਦੇ ਕੋਲ ਜੁਗਤੀ ਵੀ ਹੈ। ਸਤਿਗੁਰੂ ਜੀ ਨੇ ਵਚਨ ਕਹੇ, ਕਹਿਣ ਲੱਗੇ ਪ੍ਰਮਾਤਮਾ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਕੇ ਭੁਗਤੀ ਵੀ ਪ੍ਰਾਪਤ ਹੁੰਦੀ ਆ। ਸਤਿਗੁਰੂ ਨੇ ਵਚਨ ਕਹੇ, ਮੁਕਤ ਭੁਗਤ ਜੁਗਤ ਤੇਰੀ ਸੇਵਾ। ਕਹਿੰਦੇ ਜਿਹੜਾ ਤੇਰੀ ਸੇਵਾ, ਤੁਹਾਡੀ ਸੇਵਾ ਦੇ ਨਾਲ ਜੁੜ ਜਾਂਦਾ ਨਾ, ਉਹਦੇ ਜੀਵਨ 'ਚ ਮੁਕਤੀ ਵੀ ਆ ਜਾਂਦੀ ਹੈ। ਉਹ ਪਦਾਰਥਾਂ ਵੱਲੋਂ ਵੀ ਰੱਜ ਜਾਂਦਾ, ਭੁਗਤੀ ਵੀ ਹੈ ਨਾਲ। ਉਹਦੇ ਕੋਲ ਜੀਵਨ ਦੀ ਸੁਚੱਜੀ ਜਿਉਣ ਦੀ ਜੁਗਤੀ ਵੀ ਆ ਜਾਂਦੀ ਹੈ ਵੀ ਜੀਵਨ ਜਿਉਣਾ ਕਿਵੇਂ ਹੈ। ਸਤਿਗੁਰੂ ਨੇ ਬਚਨ ਕਹੇ, ਗੁਰੂ ਅਮਰਦਾਸ ਜੀ ਕਹਿਣ ਲੱਗੇ, ਇਹ ਜਗਤ ਮਮਤਾ ਮੁਆ ਜੀਵਨ ਕੀ ਬੇਦਨਾਏ। ਕਹਿੰਦੇ ਜੀਵਨ ਦੀ ਜੁਗਤੀ ਨਹੀਂ ਹੈਗੀ, ਪਰ ਗੁਰੂ ਦੇ ਚਰਨਾਂ ਨਾਲ, ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਕੇ ਨਾ ਫਿਰ ਹੁੰਦਾ ਕੀ ਹੈ। ਮਾਲਕ ਜੀ ਕਹਿਣ ਲੱਗੇ, ਮੁਕਤੀ ਭੁਗਤੀ ਤੇ ਜੀਵਨ ਦੀ ਜੁਗਤੀ ਜਿਹੜੀ ਉਹ ਪ੍ਰਾਪਤ ਹੁੰਦੀ ਹੈ। ਕਦੋਂ? ਜਦੋਂ ਸਾਰੇ ਸੁੱਖਾਂ ਦੇ ਦਾਤੇ ਨਾਲ ਅਸੀਂ ਜੁੜ ਜਾਂਦੇ ਹਾਂ। ਆਪਣੇ ਦਾਸ ਕਉ ਭਗਤ ਦਾਨ ਦੇਵੈ,
ਪੂਰਨ ਪੁਰਖ ਵਿਦਾਤਾ। ਮਾਲਕ ਜੀ ਕਹਿਣ ਲੱਗੇ ਵੀ ਜਿਹੜਾ ਪ੍ਰਮਾਤਮਾ ਆ ਨਾ, ਪੂਰਨ ਪੁਰਖ ਆ, ਕਹਿੰਦੇ ਜਿਹੜੇ ਪੂਰਨ ਪੁਰਖ ਦੇ ਨਾਲ ਜੁੜ ਜਾਂਦੇ ਨੇ ਪ੍ਰਮਾਤਮਾ, ਉਹਨਾਂ ਤੇ ਤਰੁੱਠ ਪੈਂਦੇ ਨੇ, ਤੇ ਤਰੁੱਠ ਕੇ ਪਤਾ ਕੀ ਕਰਦੇ ਆ, ਕਹਿੰਦੇ ਉਹਨਾਂ ਨੂੰ ਭਗਤੀ ਦੀ ਦਾਤ ਦਿੰਦੇ ਆ। ਚਿੱਤ ਰੱਖਿਆ ਜੇ, ਦੁਨੀਆ ਦੇ ਖਜ਼ਾਨੇ ਮਿਲ ਜਾਣ, ਦੁਨੀਆ ਦੀਆਂ ਦੌਲਤਾਂ ਮਿਲ ਜਾਣ, ਸਾਰੀ ਸ੍ਰਿਸ਼ਟੀ ਦਾ ਰਾਜ ਮਿਲ ਜੇ, ਸਤਿਗੁਰੂ ਦੀ ਬਾਣੀ ਦਾ ਬਚਨ ਹੈ, ਮਾਲਕ ਜੀ ਕਹਿੰਦੇ ਜੇ ਤੇਰੇ ਕੋਲ ਭਗਤੀ ਨਹੀਂ, ਤੇਰੇ ਕੋਲ ਸਿਮਰਨ ਨਹੀਂ, ਤੇ ਉਹ ਰਾਜ ਭਾਗ ਵੀ ਕਿਸੇ ਕੰਮ ਦਾ ਹੀ ਨਹੀਂ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ 7ਵੀਂ ਪੌੜੀ 'ਚ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ, ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ। ਮਾਲਕ ਜੀ ਕਹਿੰਦੇ ਚੇਤੇ ਰੱਖੀ, ਜੇ ਤਿਸ ਨਜ਼ਰ ਨਾ ਆਵਈ, ਜੇ ਰੱਬ ਦੀ ਨਜ਼ਰ ਦੇ ਵਿੱਚ ਨਾ ਆਇਆ, ਬਾਤ ਨਾ ਪੁੱਛਿਆ ਕਿ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਇਸ ਕਰਕੇ ਮਾਲਕ ਨੇ ਵਚਨ ਕਹੇ, ਸਤਿਗੁਰੂ ਜੀ ਦੇ ਵਚਨ ਨੇ, ਮਾਲਕ ਜੀ ਕਹਿਣ ਲੱਗੇ ਪ੍ਰਮਾਤਮਾ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜਨ ਕਰਕੇ ਕਹਿਣ ਲੱਗੇ ਆਪਣੇ ਦਾਸ ਕੋ ਭਗਤ ਦਾਨ ਦੇਵੇ। ਰੱਬ ਜੀ ਜਿਹੜੇ ਨੇ ਉਹ ਭਗਤੀ ਦੀ ਦਾਤ ਬਖਸ਼ਿਸ਼ ਕਰਦੇ ਹਨ। ਸ਼ਰਾਵਣੀ ਸੁਣੀਐ ਰਸਨਾ ਗਾਈਐ, ਹਿਰਦੈ ਧਿਆਈਐ ਸੋਈ। ਮਾਲਕ ਜੀ ਨੇ ਕਿਹਾ, ਕਹਿੰਦੇ ਜੇ ਕੰਨ ਮਿਲੇ ਆ ਨਾ, ਕਾਦੇ ਵਾਸਤੇ ਮਿਲੇ ਆ? ਗੁਰੂ ਸਾਹਿਬ ਜੀ ਕਹਿੰਦੇ ਇਹ ਸ਼ਰਮਣੋ ਮੇਰਿਓ ਸੱਚ ਹੈ, ਸੁਣਨਾ ਨੋ ਪਠਾਏ, ਸੱਚ ਸੁਣਨ ਵਾਸਤੇ, ਬਾਣੀ ਸੁਣਨ ਵਾਸਤੇ। ਮਾਲਕ ਜੀ ਕਹਿੰਦੇ ਜੇ ਜ਼ੁਬਾਨ ਮਿਲੀ ਆ ਨਾ, ਕਾਦੇ ਵਾਸਤੇ ਮਿਲੀ ਆ? ਕਹਿੰਦੇ ਰੱਬ ਦੀ ਸਿਫਤ ਸਲਾਹ ਕਰਨ ਵਾਸਤੇ। ਰੇ ਮਨ ਰਾਮ ਸਿਉ ਕਰ ਪ੍ਰੀਤ, ਸ਼ਰਵਣ ਗੋਬਿੰਦ ਗੁਣ ਸੁਣੋ, ਰੱਬ ਦੇ ਗੁਣ ਸੁਣ ਅਰ ਗਾਓ ਰਸਨਾ ਗੀਤ, ਰੱਬੀ ਗੁਣਾ ਨੂੰ ਰੱਬੀ ਗੀਤ ਗਾਓ, ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਓ। ਤਾਂ ਹੀ ਸਤਿਗੁਰੂ ਨੇ ਵਚਨ ਕਹੇ, ਕਹਿੰਦੇ ਸ਼ਰਵਣੀ ਸੁਣੀਏ ਰਸਨਾ ਗਾਈਏ, ਕਹਿੰਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਅਕਾਲ ਪੁਰਖ ਨੂੰ ਆਪਾਂ ਧਿਆਉਣਾ ਕਰੀਏ। ਕਾਰਣ ਕਾਰਣ ਸਮਰਥ ਸੁਆਮੀ, ਜਾਤੇ ਬ੍ਰਿਥਾ ਨਾ ਕੋਈ। ਕਿੱਡੀ ਪਿਆਰੀ ਬਖਸ਼ਿਸ਼ ਕੀਤੀ। ਕਹਿੰਦੇ ਸਿੱਖਾ ਆਪਣੇ ਰੱਬ ਤੇ, ਆਪਣੇ ਗੁਰੂ ਤੇ, ਆਪਣੇ ਪ੍ਰਮਾਤਮਾ ਤੇ ਭਰੋਸਾ ਬਣਾ। ਸਾਡਾ ਭਰੋਸਾ ਨਹੀਂ ਬਣਦਾ। ਕਹਿੰਦੇ ਜਿੱਦਣ ਸਾਡਾ ਭਰੋਸਾ ਪ੍ਰਮਾਤਮਾ ਤੇ ਬਣ ਜਾਏਗਾ ਨਾ, ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਦਾਅਵੇ ਨਾਲ ਕਹਿੰਦੇ ਆ, ਪ੍ਰਮਾਤਮਾ ਅਕਾਲ ਪੁਰਖ ਦੇ ਦਰ ਤੇ ਤੂੰ ਝੋਲੀ ਅੱਡੇਗਾ, ਰੱਬ ਤੇਰੀ ਝੋਲੀ ਖਾਲੀ ਨਹੀਂ, ਰੱਬ ਤੇਰੀ ਝੋਲੀ ਭਰ ਕੇ ਭੇਜਣਗੇ। ਗੱਲ ਤੇ ਮੰਗਣਾ ਹੀ ਆ ਜਾਏ ਨਾ, ਭਰੋਸਾ ਹੋਵੇ ਨਾ। ਆ ਵੇਖੋ ਗੁਰੂ ਨਾਨਕ ਸਾਹਿਬ ਨੇ ਕਿਹਾ, ਮਾਲਕ ਜੀ ਕਹਿੰਦੇ ਸਾਡੀ ਤੇ ਦੁਬਦਾ ਹੀ ਖਤਮ ਹੈ, ਸਾਡੇ ਤੇ ਭੁਲੇਖੇ ਹੀ ਸਾਰੇ ਨਿਕਲ ਗਏ ਆ। ਕੀ ਕਿਹਾ ਭਲਾ? ਮਾਲਕ ਜੀ ਕਹਿੰਦੇ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਨਾਲ ਕਿਹਾ ਮੜੇ ਮਸਾਨ ਨਾ ਜਾਈ। ਅਸੀਂ ਮੜੀਆਂ ਮਸਾਣੀਆਂ ਤੇ ਨਹੀਂ ਜਾਂਦੇ। ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾਂ, ਕਹਿੰਦੇ ਤ੍ਰਿਸ਼ਨਾ ਦੇ ਅਧੀਨ ਹੋ ਕੇ ਅਸੀਂ ਪਰਾਏ ਘਰ ਦੇ ਵਿੱਚ ਨਹੀਂ ਜਾਂਦੇ, ਕਿਉਂਕਿ ਤ੍ਰਿਸ਼ਨਾ ਨਾਮ ਬੁਝਾਈ। ਸਾਡੇ ਅੰਦਰ ਦੀ ਤ੍ਰਿਸ਼ਨਾ ਪ੍ਰਮਾਤਮਾ ਅਕਾਲ ਪੁਰਖ ਦੇ ਨਾਮ ਨੇ ਉਹਨੇ ਬੁਝਾ ਦਿੱਤੀ ਆ। ਸਾਨੂੰ ਸ਼ਾਂਤੀ ਦੀ ਦਾਤ ਪ੍ਰਾਪਤ ਜਿਹੜੀ ਉਹ ਹੋ ਗਈ ਹੈ। ਸਤਿਗੁਰੂ ਨੇ ਇਸੇ ਲਈ ਇਹ ਵਚਨ ਕਹੇ। ਮਾਲਕ ਜੀ ਕਹਿਣ ਲੱਗੇ ਵੀ ਜਦੋਂ ਅਸੀਂ ਪ੍ਰਮਾਤਮਾ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜਾਂਗੇ, ਫਿਰ ਹੋਏਗਾ ਕਿ ਅੰਦਰ ਦੀ ਸ਼ਾਂਤੀ ਪ੍ਰਾਪਤ ਹੋਏਗੀ। ਪ੍ਰਮਾਤਮਾ ਆਪਣੇ ਦਰ ਦੇ ਉੱਪਰ ਆਏ ਹੋਏ ਨੂੰ ਖਾਲੀ ਨਹੀਂ ਮੋੜਨਗੇ। ਵੱਡਾ ਭਾਗ ਰਤਨ ਜਨਮ ਪਾਇਆ, ਕਰਹੁ ਕਿਰਪਾ ਕਿਰਪਾਲਾ। ਮਾਲਕ ਜੀ ਕਹਿੰਦੇ ਵੱਡਿਆਂ ਭਾਗਾਂ ਨਾਲੇ ਹੀਰਿਆਂ ਵਰਗਾ, ਰਤਨਾਂ ਵਰਗਾ ਜੀਵਨ ਮਿਲਿਆ, ਤੇ ਮਾਲਕ ਜੀ ਤੁਹਾਡੀ ਸ਼ਰਨ 'ਚ ਆਏ ਆ, ਆਪ ਕਿਰਪਾ ਕਰਕੇ ਇਸ ਜੀਵਨ ਨੂੰ ਸਫਲਾ ਕਰਨਾ ਕਰੋ। ਸਾਧ ਸੰਗ ਨਾਨਕ ਗੁਣ ਗਾਵੇ, ਸਿਮਰੈ ਸਦਾ ਗੋਪਾਲਾ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਵਚਨ ਕਹੇ। ਮਾਲਕ ਜੀ ਕਹਿਣ ਲੱਗੇ ਅਸੀਂ ਸਾਧ ਸੰਗਤ ਦੇ ਵਿੱਚ ਆ ਕੇ ਪ੍ਰਮਾਤਮਾ ਦੇ ਗੁਣ ਗਾਉਣੇ ਆ, ਤੇ ਜਿਹੜਾ ਸੰਗਤ ਵਿੱਚ ਆ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਆ ਨਾ, ਚੇਤੇ ਰੱਖਿਆ ਜੇ ਉਹਦਾ ਉਧਾਰ ਕਿਵੇਂ ਹੁੰਦਾ। ਮੈਂ ਇੱਕ ਭਗਤ ਕਬੀਰ ਸਾਹਿਬ ਦਾ ਵਚਨ ਸਾਂਝਾ ਕਰਦਿਆਂ। ਭਗਤ ਕਬੀਰ ਸਾਹਿਬ ਨੇ ਪਤਾ ਕੀ ਕਿਹਾ? ਕਹਿੰਦੇ ਰਾਮ ਸਿਮਰ ਪਛਤਾਹੇਗਾ ਮਨ। ਸਾਨੂੰ ਅੰਦਰ ਨੂੰ ਝਝੋੜਿਆ, ਸਾਨੂੰ ਅਲਰਟ ਕੀਤਾ। ਕਹਿੰਦੇ ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜੀਰਾ ਲੋਭ ਕਰਤ ਹੈ। ਆ ਸਾਡਾ ਹਿਰਦਾ ਪਾਪੀ ਬਣਿਆ ਪਿਆ, ਪਤਾ ਨਹੀਂ ਕਿੰਨੇ। ਮਾਲਕ ਜੀ ਕਹਿੰਦੇ ਇਹ ਸਰੀਰ ਕੂੜ ਕੁਸੱਤ ਭਰਿਆ, ਕੂੜ ਨਾਲ ਭਰਿਆ ਪਿਆ, ਝੂਠ ਨਾਲ ਭਰੇ ਪਏ, ਅਸੀਂ ਬੇਈਮਾਨੀਆਂ ਨਾਲ ਅਸੀਂ ਭਰੇ ਪਏ ਆ।
ਗਲ ਤਾਈਂ ਨੱਕੋ ਨੱਕ ਭਰੇ ਪਿਆ, ਪਾਪ ਕਮਾਏ ਤੇ ਪਾਪ ਕਰਦੇ ਆ। ਭਗਤ ਜੀ ਨੇ ਕਿਹਾ, ਕਹਿੰਦੇ ਪਾਪੀ ਜੀਅਰਾ ਲੋਭ ਕਰਤ ਹੈ, ਆਜ ਕਾਲ ਉੱਠ ਜਾਹੇਗਾ। ਨਾਲ ਬਚਨ ਕਹੇ ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਹੇਗਾ। ਧਨ ਜੋਬਨ ਕਾ ਗਰਭ ਨਾ ਕੀਜੈ, ਕਾਗਦ ਜਿਉ ਗਲ ਜਾਏਗਾ। ਕਹਿੰਦੇ ਜੋ ਜਾ ਮਾਏ ਕੇਸ ਗਏ ਪਟਕੈ, ਤਾਂ ਦਿਨ ਕਿਸ਼ਨਾ ਵਿਸਾਹੇਗਾ। ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਏਗਾ। ਫਿਰ ਇੱਕ ਗੱਲ ਕਹੀ, ਕਹਿੰਦੇ ਕਹਿਤ ਕਬੀਰ ਸੁਨੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਗੁਰੂ ਕੀ ਸੰਗਤ ਦੇ ਵਿੱਚ ਆ ਤੇਰਾ ਉਧਾਰ ਹੋਏਗਾ। ਆਓ ਲੜੀਵਾਰ ਸ਼ਬਦ ਵਿਚਾਰ ਜੋ ਚੱਲ ਰਿਹਾ, ਉਸ ਸ਼ਬਦ ਦੀ ਵਿਚਾਰ ਦੇ ਨਾਲ ਆਪਾਂ ਜੁੜਨਾ ਕਰੀਏ। ਮੋਹਿ ਨਿਰਗੁਣ ਅਨਾਥ ਸਰਣੀ ਆਇਆ। ਸਤਿਗੁਰੂ ਜੀ ਨੇ ਬਚਨ ਕਹੇ, ਮਾਲਕ ਜੀ ਕਹਿਣ ਲੱਗੇ ਅਸੀਂ ਨਿਰਗੁਣ ਆ, ਸਾਡੇ ਕੋਲ ਗੁਣ ਨਹੀਂ। ਮੈਂ ਨਿਰਗੁਣੀ ਆਰੇ ਕੋ ਗੁਣ ਨਹੀਂ। ਇੱਕ ਦਾਸ ਇੱਥੇ ਜ਼ਰੂਰੀ ਬੇਨਤੀ ਕਰੇ, ਸਿਆਣੇ ਬੈਠੇ ਜੇ, ਜਿਵੇਂ ਜਿਵੇਂ ਰੱਬ ਦੀ ਅਭੇਦਤਾ ਮਿਲਦੀ ਹੈ ਨਾ, ਜਿਵੇਂ ਜਿਵੇਂ ਆਪਣੇ ਆਪੇ ਦੀ ਬੰਦੇ ਨੂੰ ਪਹਿਚਾਣ ਆਉਂਦੀ ਹੈ, ਇਹ ਗੱਲ ਚੇਤੇ ਰੱਖਿਓ ਜੇ, ਤਿਵੇਂ ਤਿਵੇਂ ਬੰਦਾ ਆਪਣੇ ਆਪ ਵੱਲ ਵੇਖਣਾ ਸ਼ੁਰੂ ਕਰਦਾ ਹੈ। ਅਸੀਂ ਅਜੇ ਆਪਣੇ ਆਪੇ ਨੂੰ ਵੇਖਿਆ ਹੀ ਨਹੀਂ। ਵੇਖੋ ਭਗਤ ਫਰੀਦ ਸਾਹਿਬ ਵਰਗੀਆਂ ਰੂਹਾਂ, ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਸਾਡੇ ਕੱਪੜਿਆਂ ਵੱਲੇ, ਸਾਡੇ ਪਹਿਰਾਵੇ ਵੱਲੇ ਵੇਖ ਕੇ ਲੋਕ ਕਹਿੰਦੇ ਨੇ ਇਹ ਬਾਬਾ ਫਰੀਦ ਸਾਹਿਬ ਜੀ ਦਰਵੇਸ਼ ਨੇ। ਕਹਿੰਦੇ ਉਹ ਦੁਨੀਆ ਦੇ ਲੋਕੋ, ਤੁਹਾਨੂੰ ਕੀ ਪਤਾ ਹੈ ਕਿ ਅਸੀਂ ਦਰਵੇਸ਼ ਆ ਕਿ ਅਸੀਂ ਕੀ ਆ। ਕਹਿੰਦੇ ਜਦੋਂ ਅਸੀਂ ਆਪਣੇ ਆਪੇ ਵੱਲੇ ਵੇਖਦੇ ਆ ਤੇ ਸਾਨੂੰ ਤੇ ਇਉਂ ਲੱਗਦਾ ਵੀ ਸਾਡੇ ਵਰਗਾ, ਸਾਡੇ ਜਿੱਡਾ ਵੱਡਾ ਕੋਈ ਗੁਨਾਹਗਾਰ ਹੋਰ ਕੋਈ ਹੈ ਹੀ ਨਹੀਂ। ਬਚਨ ਸੁਣਿਓ, ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ, ਕਹਿੰਦੇ ਗੁਨਹੀ ਭਰਿਆ ਮੈਂ ਫਿਰਾਂ, ਮੈਂ ਤੇ ਗੁਨਾਹਾਂ ਦਾ ਭਰਿਆ ਹੋਇਆ। ਲੋਕ ਕਹੇ ਦਰਵੇਸ਼, ਲੋਕ ਦਰਵੇਸ਼ ਸਮਝਦੇ ਨੇ। ਚੇਤੇ ਰੱਖਿਓ, ਗੁਰੂ ਸਾਹਿਬ ਨੇ ਕਿਹਾ, ਮਾਲਕ ਜੀ ਕਹਿਣ ਲੱਗੇ ਮੋਹੇ ਨਿਰਗੁਣ ਜੀਓ। ਜਿਹੜਾ ਨਾਮ ਜਪਦਾ ਹੈ ਉਹਨੂੰ ਆਪਣੇ ਔਗਣ ਦਿਸਦੇ ਹੈ। ਮਾਲਕ ਜੀ ਸਾਰੇ ਦੇ ਸਾਰੇ ਤੁਹਾਡੇ ਜਿਹੜੇ ਨੇ ਉਹ ਗੁਣ ਨੇ, ਤੇ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ। ਗੁਣ ਬੇਅੰਤ ਸੁਆਮੀ ਤੇਰੇ, ਕੋਏ ਨਾ ਜਾਣਈ। ਤੁਸੀਂ ਬੇਅੰਤ ਗੁਣਾਂ ਦੇ ਮਾਲਕ ਜੇ, ਤੇ ਸਤਿਗੁਰੂ ਜੀ ਤੁਹਾਡੇ ਗੁਣਾਂ ਦਾ ਅੰਤ ਜਿਹੜਾ ਅੱਜ ਤੱਕ ਕੋਈ ਪਾ ਨਹੀਂ ਸਕਿਆ ਹੈ। ਦੇਖ ਚਲਤ ਦਇਆਲ, ਸੁਣ ਭਗਤ ਵਖਾਨਈ। ਮਾਲਕ ਨੇ ਬਚਨ ਕਹੇ, ਕਹਿਣ ਲੱਗੇ ਤੁਹਾਡੇ ਚੋਜ ਵੇਖ ਕੇ ਜਾਂ ਤੁਹਾਡੇ ਭਗਤਾਂ ਤੋਂ ਸੁਣ ਕੇ ਕਹਿਣ ਲੱਗੇ ਵੀ ਉਹ ਤੁਹਾਡੇ ਜਿਹੜੇ ਨੇ ਗੁਣ ਨੇ ਉਹਨਾਂ ਦਾ ਵਿਖਿਆਨ ਕਰਦੇ ਨੇ। ਵੇਖੋ ਜਿੰਨੇ ਦੇ ਜਿੰਨੇ ਪ੍ਰਮਾਤਮਾ ਦੇ ਨਾਮ ਨੇ ਨਾ, ਕੋਈ ਰਾਮ ਕਹਿੰਦਾ ਹੈ, ਕੋਈ ਰਹੀਮ ਕਹਿੰਦਾ ਹੈ, ਕੋਈ ਅੱਲਾ ਕਹਿੰਦਾ ਹੈ, ਕੋਈ ਨਾਰਾਇਣ ਕਹਿੰਦਾ ਹੈ, ਆਪਾਂ ਵਾਹਿਗੁਰੂ ਕਹਿੰਦੇ ਆ, ਹਨਾ, ਰੱਬ ਦੇ ਨਾਮ ਨੇ। ਇਹ ਸਾਰੇ ਦੇ ਸਾਰੇ ਜਿਹੜੇ ਰੱਬ ਦੇ ਨਾਮ ਨੇ ਨਾ, ਉਹ ਪ੍ਰਮਾਤਮਾ ਦੇ ਗੁਣਾਂ ਦੇ ਆਧਾਰ ਤੇ ਨੇ। ਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ ਜਾਪ ਸਾਹਿਬ। ਆ ਜਾਪ ਸਾਹਿਬ ਦੀ ਸਾਰੀ ਬਾਣੀ ਪੜ੍ਹ ਲਓ, ਕੀ ਹੈ? ਇਹ ਰੱਬ ਦੇ ਨਾਂ ਨੇ, ਕਰੀਮਾ ਰਹੀਮਾ, ਹਨਾ। ਸਤਿਗੁਰੂ ਨੇ ਬਚਨ ਕਹੇ, ਕਿੰਨਾ ਪਿਆਰਾ। ਇਸ ਕਰਕੇ ਸਤਿਗੁਰੂ ਨੇ ਇਹ ਬਾਣੀ ਦੇ ਵਿੱਚ ਬਚਨ ਕਹੇ, ਮਾਲਕ ਜੀ ਕਹਿਣ ਲੱਗੇ ਵੀ ਪ੍ਰਮਾਤਮਾ ਜੀ ਤੁਹਾਡੇ ਗੁਣ ਜਿਹੜੇ ਨੇ ਜਾਂ ਤੇ ਉਹ ਭਗਤਾਂ ਦੇ ਕੋਲੋਂ ਸੁਣ ਕੇ ਤੇ ਜਾਂ ਤੁਹਾਡੇ ਚੋਜ ਵੇਖ ਕੇ ਉਹਨਾਂ ਦਾ ਕੋਈ ਵਿਖਿਆਨ ਕਰ ਸਕਦਾ ਹੈ। ਤੇ ਦਾਸ ਇੱਥੇ ਇੱਕ ਬੇਨਤੀ ਹੋਰ ਕਰ ਦੇਵੇ, ਦੁਨੀਆ ਦੇ ਵਿੱਚ ਕੋਈ ਵੀ ਧਾਰਮਿਕ ਗ੍ਰੰਥ ਐਸਾ ਨਹੀਂ, ਕੋਈ ਵੀ ਧਾਰਮਿਕ ਪੁਸਤਕ ਐਸੀ ਨਹੀਂ ਜਿੱਥੇ ਇਹ ਲਿਖਿਆ ਹੋਵੇ ਵੀ ਬਸ ਇੰਨੇ ਕਈ ਰੱਬ ਦੇ ਗੁਣ ਨੇ। ਨਹੀਂ, ਰੱਬ ਦੇ ਗੁਣ ਕਿੰਨੇ ਕਿੰਨੇ। ਮਾਲਕ ਜੀ ਕਹਿੰਦੇ ਜੇਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈਆ। ਰੱਬ ਜੀ ਤੁਹਾਡੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਹੈ। ਜੀ ਅਜੰਤ ਸਭ ਤੁਝ ਤੇ ਆਵਹਿ, ਪੁਰਖ ਪਤ ਪਰਮੇਸ਼ਰਾ। ਐ ਪੁਰਖਾਂ ਦੇ ਪਤੀ ਪਰਮੇਸ਼ਰ ਜੀ, ਸਾਰੇ ਜੀ ਜੰਤ ਜਿਹੜੇ ਨੇ ਉਹ ਤੁਹਾਡੀ ਆਰਾਧਨਾ ਕਰਦੇ ਹਨ। ਸਰਬ ਜਾਚਕ ਏਕ ਦਾਤਾ, ਕਰੁਣਾ ਮੈਂ ਜਗਦੀਸ਼ਰਾ। ਮਾਲਕ ਜੀ ਸਾਰੀ ਦੀ ਸਾਰੀ ਸ੍ਰਿਸ਼ਟੀ ਤੁਹਾਡੇ ਅੱਗੇ ਜਾਚਨਾ ਕਰ ਰਹੀ ਹੈ, ਸਾਰੀ ਦੀ ਸਾਰੀ ਸ੍ਰਿਸ਼ਟੀ ਮੰਗਤੀ ਹੈ। ਤੇ ਮਾਲਕ ਜੀ ਸਾਡੇ ਤੇ ਕਿਰਪਾ ਕਰੋ, ਸਾਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰੋ। ਸਾਧੂ ਸੰਤ ਸੁਜਾਨ ਸੋਈ, ਜਿਸੈ ਪ੍ਰਭ ਜੀ ਮਾਨਈ। ਗੁਰੂ ਸਾਹਿਬ ਨੇ ਕਿਹਾ, ਗੁਰੂ ਅਰਜਨ ਸਾਹਿਬ ਨੇ, ਮਾਲਕ ਜੀ ਕਹਿੰਦੇ ਅਸਲੀ ਸਾਧੂ, ਅਸਲੀ ਸੰਤ, ਅਸਲੀ ਸੁਜਾਨ, ਅਸਲੀ ਵਿਦਵਾਨ, ਅਸਲੀ ਪਤਵੰਤਾ ਉਹ ਹੈ ਕਿਹੜਾ? ਕਹਿੰਦਾ ਜਿਹੜਾ ਪ੍ਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਪ੍ਰਮਾਣ ਹੋ ਗਿਆ। ਆਪਣੇ ਆਪ ਤੇ ਅਸੀਂ ਸਾਰੇ ਹੀ ਬਣੇ ਬੈਠੇ ਆ। ਮਾਲਕ ਜੀ ਕਹਿੰਦੇ ਸਭ ਕੋ ਪੂਰਾ ਆਪੋ ਹੋਵੇ।
ਆਪਣੇ ਆਪ ਨੂੰ ਅਸੀਂ ਪੂਰਾ ਸਮਝਦੇ ਹਾਂ, ਪਰ ਗੱਲ ਤੇ ਇਹ ਹੈ ਨਾ ਵੀ ਗੁਰੂ ਸਾਨੂੰ ਮੰਨਦੇ ਨੇ ਕਿ ਨਹੀਂ, ਜਾਂ ਗੁਰੂ ਦੀਆਂ ਨਜ਼ਰਾਂ ਵਿੱਚ ਅਸੀਂ ਪ੍ਰਵਾਨ ਹੋਏ ਹਾਂ ਕਿ ਨਹੀਂ। ਬਿਨਵੰਤ ਨਾਨਕ ਕਰਹੁ ਕਿਰਪਾ, ਸੋਏ ਤੁਝੈ ਪਛਾਨਈ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਕਿਹਾ, ਮਾਲਕ ਜੀ ਕਹਿੰਦੇ ਜਿਨ੍ਹਾਂ ਤੇ ਤੁਸੀਂ ਕਿਰਪਾ ਕਰਦੇ ਹੋ ਤੁਹਾਡੇ ਨਾਲ ਜਾਣ ਪਛਾਣ ਬਣਾ ਲੈਂਦੇ ਹਨ। ਮੋਹਿ ਨਿਰਗੁਣ ਨਾਥ ਸਰਣੀ ਆਇਆ। ਮਾਲਕ ਜੀ ਕਹਿੰਦੇ ਅਸੀਂ ਨਿਰਗੁਣ ਅਨਾਥ ਹਾਂ ਤੇ ਤੁਹਾਡੀ ਸ਼ਰਨ ਵਿੱਚ ਆਏ ਹਾਂ। ਬਲ 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 ਗੁਰਦੇਵ, ਜਿਨ ਨਾਮ ਦਿਰੜਾਇਆ। ਕਹਿਣ ਲੱਗੇ ਪੂਰੇ ਗੁਰੂ ਤੋਂ ਕੁਰਬਾਨ ਜਾਈਏ, ਬਲਿਹਾਰ ਜਾਈਏ, ਜਿਨ੍ਹਾਂ ਦੀ ਕਿਰਪਾ ਨਾਲੇ ਨਾਮ ਦੀ ਦਾਤ ਮਿਲੀ ਹੈ। ਗੁਰ ਨਾਮ ਦੀਆ ਕੁਸਲ ਥੀਆ, ਸਰਬ ਇੱਛਾ ਪੁੰਨੀਆ। ਕਹਿੰਦੇ ਜਿਸ ਵੇਲੇ ਗੁਰੂ ਦੇ ਕੋਲੋਂ ਨਾਮ ਮਿਲਿਆ ਨਾ, ਫਿਰ ਹੋਇਆ ਕੀ? ਕਹਿਣ ਲੱਗੇ ਸਾਰੀਆਂ ਦੀਆਂ ਸਾਰੀਆਂ ਮਨ ਦੀਆਂ ਇੱਛਾਵਾਂ ਜਿਹੜੀਆਂ ਉਹ ਪੂਰੀਆਂ ਹੋ ਗਈਆਂ ਹਨ। ਜਲ ਨੇ 부ਝਾਈ ਸਾਤ ਆਈ, ਮਿਲੇ ਚਿਰੀਵੇ ਸ਼ੁਨਿਆ। ਅੰਦਰ ਦੀ ਜਲਨ ਬੁਝ ਗਈ, ਅੰਦਰ ਸ਼ਾਂਤੀ ਆ ਗਈ, ਤੇ ਪ੍ਰਮਾਤਮਾ ਅਕਾਲ ਪੁਰਖ ਜਿਨ੍ਹਾਂ ਤੋਂ ਬੜੇ ਲੰਮੇ ਸਮੇਂ ਤੋਂ ਵਿਛੜੇ ਹੋਏ ਸਾਂ, ਕਹਿੰਦੇ ਉਹਨਾਂ ਦਾ ਮਿਲਾਪ ਪ੍ਰਾਪਤ ਹੋਇਆ ਹੈ। ਆਨੰਦ ਹਰਖ ਸਹਿਜ ਸਾਚੇ, ਮਹਾ ਮੰਗਲ ਗੁਣ ਗਾਇਆ। ਕਹਿੰਦੇ ਜਦੋਂ ਰੱਬ ਦੇ ਗੁਣ ਗਾਏ ਨਾ, ਫਿਰ ਆਨੰਦ ਉਪਜ ਪਿਆ, ਫਿਰ ਹਰਖ ਆ ਗਿਆ, ਪਰ ਖੁਸ਼ੀ ਤੇ ਖੇੜਾ ਜੀਵਨ ਦੇ ਵਿੱਚ ਬਣਿਆ ਹੈ। ਬਿਨਵੰਤ ਨਾਨਕ ਨਾਮ ਪ੍ਰਭ ਕਾ, ਗੁਰ ਪੂਰੇ ਤੇ ਪਾਇਆ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਕਿਹਾ, ਮਾਲਕ ਜੀ ਕਹਿੰਦੇ ਕਿ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਪੂਰੇ ਗੁਰੂ ਦੇ ਕੋਲੋਂ ਪ੍ਰਾਪਤ ਹੁੰਦਾ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਕਹਿ ਕੇ ਦਾਸ ਸਮਾਪਤੀ ਕਰੇ। ਮਾਲਕ ਜੀ ਕਹਿੰਦੇ ਸਾਡੇ ਹਿਰਦੇ ਵਿੱਚ ਰੱਬ ਦਾ ਨਾਮ ਵਸਿਆ ਹੈ। ਜਿਸ ਗੁਰੂ ਦੇ ਚਰਨਾਂ ਦੇ ਵਿੱਚ ਬੈਠੇ ਆ ਨਾ, ਉਸ ਗੁਰੂ ਨੇ ਕਿਹਾ, ਮਾਲਕ ਜੀ ਕਹਿੰਦੇ ਸਾਡੇ ਹਿਰਦੇ ਵਿੱਚ ਰੱਬ ਦਾ ਨਾਮ ਵਸਿਆ, ਪਰ ਪਤਾ ਕਦੋਂ ਵਸਿਆ? ਮਾਲਕ ਜੀ ਕਹਿੰਦੇ ਜਦੋਂ ਪੂਰੇ ਗੁਰੂ ਨੇ ਸਾਡੇ ਸਿਰ ਤੇ ਹੱਥ ਰੱਖਤਾ, ਸਾਡੇ ਮੱਥੇ ਤੇ ਹੱਥ ਰੱਖ ਦਿੱਤਾ। ਤੇ ਜਦੋਂ ਗੁਰੂ ਨੇ ਮੱਥੇ ਤੇ ਹੱਥ ਰੱਖਿਆ ਨਾ, ਮਾਲਕ ਜੀ ਕਹਿੰਦੇ ਹੋਇਆ ਪਤਾ ਫਿਰ ਕੀ? ਕਹਿੰਦੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਰੋਗ ਸਨ, ਦੁੱਖ ਸਨ, ਕਲੇਵਕ ਸਨ, ਸਾਰੇ ਦੇ ਸਾਰੇ ਕੱਟੇ ਗਏ। ਵਚਨ ਹੈ ਬਾਣੀ ਦਾ। ਮਾਲਕ ਜੀ ਕਹਿੰਦੇ ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਜਨਮ ਜਨਮ ਕੇ ਕਿਲਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਪਹਿਲੇ ਸ਼ਬਦ ਦੇ ਵਿੱਚ ਵੀ ਗੁਰੂ ਸਾਹਿਬਾਨਾਂ ਨੇ ਅੱਜ ਦੇ ਹੁਕਮਨਾਮੇ ਦੇ ਵਿੱਚ ਵੀ ਨਾਮ ਦੀ ਉਸਤਤ ਕੀਤੀ ਹੈ, ਤੇ ਇਸ ਲੜੀਵਾਰ ਸ਼ਬਦ ਦੇ ਵਿੱਚ ਵੀ ਪ੍ਰਮਾਤਮਾ ਅਕਾਲ ਪੁਰਖ ਦੇ ਗੁਣਾਂ ਦੀ, ਨਾਮ ਦੀ ਗੱਲ ਜਿਹੜੀ ਉਹ ਕੀਤੀ ਗਈ ਹੈ। ਵੱਡੇ ਭਾਗਾਂ ਵਾਲਿਆਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਪਾਂ ਨੂੰ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਇਸ ਸਮੁੱਚੇ ਪ੍ਰਬੰਧ ਦਾ, ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ, ਔਰ ਵਿਸ਼ੇਸ਼ ਤੌਰ ਤੇ ਹੈੱਡ ਗ੍ਰੰਥੀ ਸਰਦਾਰ ਗਿਆਨੀ ਜਗਤਾਰ ਸਿੰਘ ਜੀ, ਜਿਨ੍ਹਾਂ ਨੇ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਹੈ। ਆਪ ਫੋਨ ਕਰਕੇ ਸਾਨੂੰ ਇਹ ਸੇਵਾਵਾਂ ਦਿੰਦੇ ਹੈ। ਸਤਿਗੁਰੂ ਜੀ ਕਿਰਪਾ ਕਰਨ। ਆਓ ਆਖਰੀ ਪਦੇ ਨੂੰ ਪੜ੍ਹ ਕੇ, ਪੰਕਤੀਆਂ ਨੂੰ ਪੜ੍ਹ ਕੇ ਸ਼ਬਦ ਦੀ ਸਮਾਪਤੀ ਕਰੀਏ ਜੀ। ਆਨੰਦ ਹਰਖ ਸਹਿਜ ਸਾਚੇ, ਮਹਾ ਮੰਗਲ ਗੁਣ ਗਾਇਆ। ਬਿਨਵੰਤ ਨਾਨਕ ਨਾਮ ਪ੍ਰਭ ਕਾ, ਗੁਰ ਪੂਰੇ ਤੇ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।